ਗੁੱਡ ਮਾਰਨਿੰਗ ਸਟੂਡੈਂਟਸ, ਵੈਲਕਮ ਟੂ GTV ਕਾਲਜ ਫॉर ਵੂਮਨ ਲੇਲ ਖੁਰਦ। ਪਿਆਰੇ ਵਿਦਿਆਰਥੀਓ, ਆਪ ਦਾ ਇਸ ਕਲਾਸ ਦੇ ਵਿੱਚ ਸਵਾਗਤ ਹੈ। ਪਿਛਲੀ ਵਾਰ ਆਪਾਂ ਨੇ ਉਜਾੜ ਕਹਾਣੀ ਬਾਰੇ ਪੜ੍ਹਿਆ। ਅੱਜ ਆਪਾਂ ਆਪਣੀ ਦੂਜੀ ਕਹਾਣੀ ਪੜ੍ਹ ਰਹੇ ਹਾਂ, ਘਰ। ਠੀਕ ਹੈ ਜੀ। ਘਰ ਸਾਰੇ ਤੁਸੀਂ ਜਾਣਦੇ ਹੋ ਕਿ ਜਿੱਥੇ ਇਨਸਾਨ ਜੰਮਦਾ ਹੈ, ਪਲਦਾ ਹੈ, ਉਸ ਥਾਂ ਨੂੰ ਕੀ ਹੈ, ਘਰ ਕਹਿੰਦੇ ਨੇ, ਜਿਸ ਦੇ ਵਿੱਚ ਮੋਹ ਪਿਆਰ ਹੁੰਦਾ ਹੈ। ਨਹੀਂ ਤਾਂ ਉਹ ਮਕਾਨ ਹੀ ਹੁੰਦਾ ਜੇਕਰ ਉਸਦੇ ਵਿੱਚ ਮੋਹ ਪਿਆਰ ਨਾ ਹੋਵੇ। ਧਰਮ, ਸੰਸਕਾਰ, ਰੀਤੀ ਰਿਵਾਜ, ਸੋ ਸਭ ਕੁਛ ਆਪਾਂ ਨੂੰ ਘਰ ਦੇ ਵਿੱਚ ਰਹਿ ਕੇ ਹੀ ਪਤਾ ਲੱਗਦਾ। ਠੀਕ ਹੈ। ਕਹਿੰਦੇ ਇਹ ਵੀ ਕਹਾਣੀ ਇੱਕ ਇਸ ਤਰ੍ਹਾਂ ਦੀ ਹੋਈ ਹੈ। ਇਸ ਦੇ ਵਿੱਚ ਇੱਕ ਘਰ ਦਿਖਾਇਆ ਹੈ ਜੋ ਪਰੰਪਰਾਗਤ ਹੈ, ਮਤਲਬ ਪੁਰਾਣੇ ਵਿਚਾਰਾਂ ਨੂੰ ਲੈ ਕੇ ਉਸ ਘਰ ਦੇ ਵਿੱਚ ਰਿਵਾਜ਼ ਨੇ। ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਇੱਕ ਲੜਕੀ ਹੈ, ਰੀਟਾ, ਜੋ ਕਿ ਇਸ ਕਹਾਣੀ ਦੀ ਮੁੱਖ ਪਾਤਰ ਹੈ। ਕਹਿੰਦੇ ਇਸ ਕਹਾਣੀ ਦੀ ਜੋ ਮੁੱਖ ਪਾਤਰ ਹੈ ਰੀਟਾ, ਉੱਥੇ ਮਾਤਾ ਪਿਤਾ ਦੇ ਦੁਆਰਾ ਪਸਾਰੇ, ਕਹਿੰਦੇ ਜਿਸ ਤਰ੍ਹਾਂ ਦਾ ਉਹਨਾਂ ਦਾ ਵਾਤਾਵਰਨ ਹੈ ਉਸਦੇ ਲਈ ਦਮਨਕਾਰੀ ਹੈ, ਉਸਦੇ ਉਹ ਵਿਰੁੱਧ ਬਗਾਵਤ ਕਰਦੀ ਹੈ। ਕਹਿਣ ਦਾ ਮਤਲਬ ਜਿਹੜੇ ਉਸਦੇ ਮਾਤਾ ਪਿਤਾ ਨੇ ਉਹ ਪੁਰਾਣੇ ਰੀਤੀ ਰਿਵਾਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ, ਜਿਨ੍ਹਾਂ ਨੂੰ ਉਹ ਚੰਗਾ ਨਹੀਂ ਸਮਝਦੀ, ਅਤੇ ਉਹ ਉਹਨਾਂ ਦਾ ਵਿਰੋਧ ਕਰਦੀ ਹੈ ਅਤੇ ਆਪਣਾ ਇੱਕ ਨਵਾਂ ਘਰ ਸਿਰਜਣਾ ਚਾਹੁੰਦੀ ਹੈ। ਇਸ ਦੇ ਵਿੱਚ ਪਰੰਪਰਾਗਤ ਅਤੇ ਨਵੀਨਤਾ ਜੋ ਘਰ ਹੈ ਉਸੇ ਦੀ ਹੀ ਸਮਾਨਤਾ ਦਿਖਾਈ ਗਈ, ਉਸ ਦੋਨਾਂ ਨੂੰ ਨਾਲ ਨਾਲ ਸਿਰਜਿਆ ਗਿਆ ਹੈ। ਅਤੇ ਕਹਿੰਦੇ ਜਿਸ ਵਿੱਚ ਉਹ ਵਿਆਹ ਕਰਾਉਣ ਤੋਂ ਮਗਰੋਂ ਪ੍ਰਵੇਸ਼ ਕਰਦੀ ਹੈ। ਕਹਿਣ ਦਾ ਜਿਹੜਾ ਪੁਰਾਣਾ ਘਰ ਸੀ ਉੱਥੇ ਉਹ ਆਪਣੇ ਮਾਂ ਬਾਪ ਦੀਆਂ ਜਿਹੜੀਆਂ ਕੁਛ ਗੱਲਾਂ ਸੀ ਉਸ ਨੂੰ ਪਸੰਦ ਨਹੀਂ ਸੀਗੀਆਂ। ਉਹ ਸੋਚਦੀ ਸੀ ਕਿ ਮੇਰੇ ਮੁਤਾਬਿਕ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਸਭ ਕੁਛ ਫਾਲਤੂ ਚੀਜ਼ਾਂ ਨੇ, ਜਿਵੇਂ ਉਹ ਤੁਲਸੀ ਦੀ ਪੂਜਾ ਕਰਦੇ, ਹੈ ਨਾ। ਬ੍ਰਾਹਮਣਾਂ ਦਾ ਘਰ ਸੀ, ਉਹ ਬ੍ਰਾਹਮਣਾਂ ਦੀ ਲੜਕੀ ਸੀ, ਰੀਟਾ ਕੌਸ਼ਲ ਸੀ ਉਸਦਾ ਨਾਮ। ਕਹਿੰਦੇ ਉਸ ਨੂੰ ਇਹ ਸਭ ਕੁਝ ਕੀ ਲੱਗਦਾ ਸੀ, ਵਿਅਰਥ ਲੱਗਦਾ ਸੀ। ਉਹ ਨਵਾਂ ਸੋਚਦੀ ਸੀ ਵੀ ਉਸਦਾ ਨਵਾਂ ਸੁਪਨੇ ਦਾ ਇੱਕ ਘਰ ਹੋਵੇ ਜਿਸ ਦੇ ਵਿੱਚ ਇਹ ਸਾਰੇ ਬੰਧਨ ਨਾ ਹੋਣ, ਕੋਈ ਉਸਨੂੰ ਪੂਜਾ ਪਾਠ ਕਰਨ ਲਈ ਨਾ ਕਵੇ, ਕੋਈ ਵੀ ਉਸਨੂੰ ਫਾਲਤੂ ਰਸਮਾਂ ਕਰਨ ਲਈ ਨਾ ਕਵੇ। ਇਸ ਤਰ੍ਹਾਂ ਦਾ ਉਹ ਮਤਲਬ ਚਾਹੁੰਦੀ ਨਹੀਂ ਸੀ ਵੀ ਇਸ ਤਰ੍ਹਾਂ ਦਾ ਕਰਨ ਲਈ ਮੈਨੂੰ ਕੋਈ ਕਵੇ। ਤਾਂ ਉਹ ਨਵੀਂ ਘਰ ਬਾਰੇ ਸੋਚਦੀ ਸੀ ਜਿਸ ਦੇ ਵਿੱਚ ਉਹ ਵਿਆਹ ਕਰਾਉਣ ਤੋਂ ਮਗਰੋਂ ਪ੍ਰਵੇਸ਼ ਕਰਦੀ ਹੈ। ਕਹਿੰਦੇ ਇੱਥੇ ਵੀ ਫਿਰ ਉਹ ਪਰੰਪਰਾਗਤ ਘਰ ਤੋਂ ਛੁਟਕਾਰਾ ਤਾਂ ਪਾ ਲੈਂਦੀ ਹੈ, ਪਰ ਪਰੰਪਰਾ ਇੱਥੇ ਵੀ ਕਾਇਮ ਹੈ। ਇੱਥੇ ਵੀ ਉਸਦਾ ਦਮਨਕਾਰੀ ਪ੍ਰਬੰਧ ਹੈ ਜੋ ਉਸਨੂੰ ਮਿਸਿਜ਼ ਭੁੱਲਰ ਬਣਾ ਕੇ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਜੋ ਰੀਟਾ ਕੌਸ਼ਲ ਹੁੰਦੀ ਹੈ ਉਹ ਇੰਟਰਕਾਸਟ ਮੈਰਿਜ ਕਰਦੀ ਹੈ। ਖੁਦ ਉਹ ਬ੍ਰਾਹਮਣਾਂ ਦੀ ਲੜਕੀ ਹੁੰਦੀ ਹੈ ਅਤੇ ਜੋ ਉਸਦੀ ਮੈਰਿਜ ਹੁੰਦੀ ਹੈ ਉਹ ਹੁੰਦੀ ਹੈ ਜੱਟਾਂ ਦੇ ਮੁੰਡੇ ਨਾਲ। ਕਹਿੰਦੇ ਉੱਥੇ ਵੀ ਉਸਨੂੰ ਉਹੀ ਮਾਹੌਲ ਮਿਲਦਾ ਹੈ। ਸੋ ਕਹਿੰਦੇ ਇਸ ਪ੍ਰਕਾਰ ਉਸ ਨੂੰ ਜਿਹੜਾ ਆਪਣਾ ਅਸਤਿਤਵ ਹੈ ਪੂਰੀ ਤਰ੍ਹਾਂ ਦਮਨ ਹੋਇਆ ਮਹਿਸੂਸ ਹੁੰਦਾ। ਕਹਿੰਦੇ ਇਸ ਪ੍ਰਕਾਰ ਘਰ ਸ਼ਬਦ ਇੱਥੇ ਵਡੇਰੇ ਅਰਥਾਂ ਦਾ ਸੂਚਕ ਹੈ, ਜਿਸ ਨੂੰ ਕਿ ਕਹਾਣੀ ਦੇ ਵਿਸ਼ੇ ਨੂੰ ਬੜੇ ਸੁਝਾਅ ਅਤੇ ਵਿਅੰਗਾਤਮਕ ਰੂਪ ਵਿੱਚ ਪੇਸ਼ ਕੀਤਾ ਹੈ। ਕਹਿਣ ਦਾ ਮਤਲਬ ਜੋ ਰੀਟਾ ਹੁੰਦੀ ਹੈ ਉਹ ਆਪਣੇ ਪੁਰਾਣੇ ਪਰੰਪਰਾਗਤ ਘਰ ਤੋਂ ਛੁਟਕਾਰਾ ਪਾ ਕੇ ਜਾਂਦੀ ਹੈ ਨਵੇਂ ਘਰ ਦੇ ਵਿੱਚ, ਇੰਟਰਕਾਸਟ ਮੈਰਿਜ ਕਰਵਾਉਂਦੀ, ਪਰ ਉੱਥੇ ਵੀ ਉਹਨੂੰ ਉਸ ਤਰ੍ਹਾਂ ਦਾ ਹੀ ਮਾਹੌਲ ਮਿਲਦਾ ਹੈ। ਭਾਵੇਂ ਕਹਿੰਦੇ ਉਂਝ ਤਾਂ ਉਹ ਸਾਰੇ ਸੁਤੰਤਰ ਵਿਚਾਰਾਂ ਦੇ ਧਾਰਨੀ ਹੁੰਦੇ ਨੇ, ਖੁੱਲ੍ਹਾ ਹੁੰਦਾ ਮਾਹੌਲ, ਪਰ ਫਿਰ ਵੀ ਕਿਤੇ ਨਾ ਕਿਤੇ ਜੋ ਦਮਨਕਾਰੀ ਗੱਲਾਂ ਨੇ ਉੱਥੇ ਵੀ ਉਸਨੂੰ ਮਿਲਦੀਆਂ ਨੇ, ਜਿਸ ਦੇ ਨਾਲ ਕਿ ਉਹ ਤੰਗ ਆ ਜਾਂਦੀ ਹੈ ਅਤੇ ਸੋਚਦੀ ਹੈ ਕਿ ਮੈਂ ਤਾਂ ਪਿੱਛੋਂ ਵੀ ਛੱਡਿਆ ਹੀ ਅਤੇ ਅੱਗੇ ਵੀ ਮੈਨੂੰ ਇਹੀ ਮਾਹੌਲ ਮਿਲਿਆ। ਤਾਂ ਉਸਦਾ ਜਿਹੜਾ ਅਸਤਿਤਵ ਹੈ ਉਸਨੂੰ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿ ਨਾ ਤਾਂ ਉਹ ਹੁਣ ਉਸ ਕਾਸਟ ਦੀ ਰਹੀ, ਨਾ ਉਹ ਉਸ ਕਾਸਟ ਦੀ। ਉਹਨੂੰ ਆਪਣੇ ਬੱਚਿਆਂ ਦੇ ਬਾਰੇ ਵੀ ਫਿਕਰ ਲੱਗ ਰਿਹਾ ਕਿ ਅੱਗੋਂ ਇਹਨਾਂ ਦੀ ਪਛਾਣ ਕੀ ਹੋਵੇਗੀ। ਠੀਕ ਹੈ ਜੀ। ਬਾਕੀ ਇਹ ਜਿਹੜੀ ਕਹਾਣੀ ਹੈ ਇੱਕ ਚਿੱਠੀ ਦੇ ਰੂਪ ਵਿੱਚ ਹੈ ਜੋ ਕਿ ਰੀਟਾ ਕੌਸ਼ਲ ਦੇ ਦੁਆਰਾ ਆਪਣੀ ਫਰੈਂਡ ਸੁਸ਼ਮਾ ਨੂੰ ਲਿਖੀ ਗਈ ਹੈ। ਠੀਕ ਹੈ ਜੀ। ਆਪਾਂ ਇਸ ਦੇ ਵਿੱਚ ਸਾਰੀ ਕਹਾਣੀ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਇਸ ਦੇ ਵਿੱਚ ਜੋ ਮੁੱਖ ਪਾਤਰ ਹੈ ਉਹ ਰੀਟਾ ਕੌਸ਼ਲ ਹੈ, ਬ੍ਰਾਹਮਣਾਂ ਦੀ ਲੜਕੀ ਹੈ। ਉਸਦਾ ਵਿਆਹ ਇੱਕ ਜੱਟਾਂ ਦੇ ਲੜਕੇ ਨਾਲ ਹੁੰਦਾ ਹੈ ਅਤੇ ਜੋ ਕਿ ਬਿਜਲੀ ਬੋਰਡ ਦੇ ਵਿੱਚ SDO ਲੱਗਿਆ ਹੈ। ਤਾਂ ਇਹ ਕਹਾਣੀ ਵੀ ਬਹੁਤ ਸੋਹਣੀ ਹੈ। ਅੱਜ ਦੇ ਟਾਈਮ ਦੇ ਵਿੱਚ ਇਸ ਨੂੰ ਸੁਣਨ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਅੱਜ ਦਾ ਜੋ ਟਾਈਮ ਹੈ ਉਹ ਵੀ ਇਸ ਤਰ੍ਹਾਂ ਦਾ ਹੀ ਚੱਲ ਰਿਹਾ। ਆਪਾਂ ਮਾਂ ਬਾਪ ਦੀ ਨਹੀਂ ਸੁਣਦੇ, ਪਰਦੀ ਹੋ ਕੇ ਵਿਆਹ ਕਰਾ ਦਿੰਦੇ ਨੇ ਬੱਚੇ, ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਪਛਤਾਵਾ ਹੁੰਦਾ ਤਾਂ ਬਹੁਤ ਕੁਛ ਉਹਨਾਂ ਦੇ ਹੱਥੋਂ ਨਿਕਲ ਚੁੱਕਿਆ ਹੁੰਦਾ। ਤਾਂ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਉਹ ਵੀ ਆਪਾਂ ਨੂੰ ਇਸ ਦੇ ਵਿੱਚ ਸਮਝਣ ਨੂੰ ਮਿਲਣਗੀਆਂ। ਸੋ ਇਸ ਪ੍ਰਕਾਰ ਕਹਿੰਦੇ ਇਹ ਜਿਹੜੀ ਕਹਾਣੀ ਹੈ ਉਸ ਦੇ ਵਿੱਚ ਕੀ ਹੈ, ਕਹਿੰਦੇ ਰੀਟਾ ਨੂੰ ਪਰੰਪਰਾਗਤ ਘਰ ਤੋਂ ਮਤਲਬ ਨਫ਼ਰਤ ਆਉਂਦੀ ਹੈ।
ਉਹ ਅੰਤਰਜਾਤੀ ਵਿਆਹ ਕਰਾ ਲੈਂਦੀ ਹੈ। ਮਿਸਿਜ਼ ਸੁਹੇਲ ਸਿੰਘ ਭੁੱਲਰ ਬਣ ਜਾਂਦੀ ਹੈ। ਕਹਿੰਦੇ ਭੁੱਲਰ ਦੇ ਨਾਲ ਵਸਾਇਆ ਹੋਇਆ ਸੁਪਨਿਆਂ ਦਾ ਘਰ ਭਾਵੇਂ ਪਰੰਪਰਾਗਤ ਬੰਧਨਾਂ ਤੋਂ ਤਾਂ ਮੁਕਤ ਹੈ, ਪਰ ਉਹ ਪਰੰਪਰਾ ਤੋਂ ਨਹੀਂ ਮੁਕਤ ਹੈਗੀ। ਘਰ ਦੀ ਜਿਹੜੀ ਚਾਰ ਦੀਵਾਰੀ ਹੈ ਉਸ ਦੇ ਅੰਦਰ ਮਾਹੌਲ ਹੈ ਜਿਹੜਾ ਨਵੀਨਤਾ ਨਾਲ ਭਾਵੇਂ ਸ਼ਰਸ਼ਾਰ ਹੈ, ਪਰ ਜਹਾਨ ਅਤੇ ਸਮਾਜ ਦੀਆਂ ਦੀਵਾਰਾਂ ਦੇ ਵਿੱਚ ਫੇਰ ਵੀ ਉਹ ਘਿਰ ਕੇ ਰੀਟਾ ਕੌਸ਼ਲ ਦੇ ਅਸਤਿਤਵ, ਪਹਿਚਾਣ ਅਤੇ ਪ੍ਰਤਿਭਾ ਨੂੰ ਮਿਸਿਜ਼ ਭੁੱਲਰ ਦੇ ਚੌਖਟੇ ਵਿੱਚ ਕੀ ਹੈ ਨਿਪੀੜ ਦਿੰਦਾ ਹੈ। ਸੋ ਆਓ ਆਪਾਂ ਇਸ ਕਹਾਣੀ ਨੂੰ ਪੂਰਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਮੈਂ ਕਿਤਾਬ ਦੇ ਵਿੱਚੋਂ ਇਹ ਕਹਾਣੀ ਜਿਹੜੀ ਪੜ੍ਹਾ ਰਹੀ ਹਾਂ, ਸਾਰਿਆਂ ਨੇ ਪੂਰੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਪੜ੍ਹਨਾ ਬਾਅਦ ਦੇ ਵਿੱਚ ਅਤੇ ਸੁਣਨਾ ਵੀ ਧਿਆਨ ਨਾਲ। ਤਾਂ ਇਹ ਕਹਾਣੀ ਇੱਕ ਖੱਤ ਦੇ ਰੂਪ ਵਿੱਚ ਚੱਲਦੀ ਹੈ, ਠੀਕ ਹੈ ਜੀ। ਸ਼ੁਰੂਆਤ ਦੇ ਵਿੱਚ ਕੀ ਹੈ, ਪਿਆਰੀ ਸੁਸ਼ਮਾ। ਕਹਿੰਦੇ ਕਹਾਣੀ ਲਿਖਣੀ ਤਾਂ ਮੈਂ ਕਾਲਜ 'ਚ ਹੀ ਛੱਡ ਦਿੱਤੀ ਸੀ, ਹੁਣ ਤਾਂ ਆਪਣੀ ਹੀ ਬਣੀ ਪਈ ਹੈ, ਮਤਲਬ ਆਪਦੀ ਉਹ ਕਹਾਣੀ ਬਣੀ ਪਈ ਹੈ। ਕਹਿੰਦੇ ਮਹੀਨਾ ਕੁ ਪਹਿਲਾਂ ਤੇਰੀ ਦੂਜੀ ਚਿੱਠੀ ਆਈ ਤਾਂ ਮੈਂ ਸੋਚਿਆ ਕਿ 20-21 ਵਰ੍ਹੇ ਹੋ ਗਏ ਨੇ ਵਿਛੜਿਆਂ ਨੂੰ, ਹੁਣ ਜੇ ਗੱਲ ਕਰਨ ਲੱਗੇ ਹਾਂ ਤਾਂ ਦੁੱਖ ਹੀ ਕਿਉਂ ਨਾ ਫੋਲ ਲਈਏ। ਪਰ ਹੁਣ ਤੇਰੀ ਤੀਜੀ ਚਿੱਠੀ ਪੜ੍ਹ ਕੇ ਦਿਲ ਕੀਤਾ ਕਿ ਆਪਣੇ ਬਾਰੇ ਸਭ ਕੁਝ ਲਿਖ ਦਿਆਂ। ਇਹ ਰੀਟਾ ਕੋਸ਼ ਆਪਣੀ ਫਰੈਂਡ ਸੁਸ਼ਮਾ ਨੂੰ ਲਿਖ ਰਹੀ ਹੈ ਅਤੇ ਲਿਖਿਆ ਹੈ ਕਿ ਤੂੰ ਦੁਖੀ ਹੈ, ਤੂੰ ਜੋ ਕੁਝ ਚਾਹੁੰਦੀ ਸੀ ਉਹ ਮਿਲ ਹੀ ਨਹੀਂ ਸਕਿਆ। ਪਰ ਕਹਿੰਦੇ ਮੈਂ ਇਸ ਲਈ ਦੁਖੀ ਹਾਂ ਕਿ ਮੈਂ ਜੋ ਚਾਹਿਆ ਸੀ ਉਹ ਮਿਲ ਗਿਆ। ਹੁਣ ਪਛਤਾਉਂਦੀ ਹਾਂ ਕਿ ਮੈਂ ਉਹ ਕਿਉਂ ਚਾਹਿਆ। ਮੀਨਸ ਜੋ ਚਾਹੁੰਦੀ ਸੀ ਉਹਨੂੰ ਮਿਲ ਤਾਂ ਗਿਆ ਸੀ, ਪਰ ਉਹ ਉਸ ਨੂੰ ਫਿਰ ਵੀ ਕੀ ਹੈ ਪਛਤਾ ਰਹੀ ਸੀ। ਕਹਿੰਦੇ ਮੇਰਾ ਵਰਤਮਾਨ ਬੜਾ ਸੌਖਾ ਹੈ, ਜਿਵੇਂ ਤੈਨੂੰ ਪਹਿਲੀ ਚਿੱਠੀ 'ਚ ਲਿਖਿਆ ਸੀ। ਉਸਦਾ ਪਤੀ ਹੈ ਜੋ ਬਿਜਲੀ ਦਾ SDO ਹੈ, ਬੜਾ ਸਾਊ ਹੈ, ਸਾਦਾ ਹੈ, ਇਮਾਨਦਾਰ ਹੈ, ਪਰ ਆਪਣੇ ਆਪ 'ਚ ਮਸਤ ਰਹਿਣ ਵਾਲਾ ਬੰਦਾ ਹੈ। ਉਸਦੇ ਮਤਲਬ ਰੀਟਾ ਦੇ 2 ਬੇਟੇ ਵਿੱਕੀ ਅਤੇ ਮਿੱਕੀ ਸੋਹਣੇ ਨੇ, ਆਖਾਂ ਮੰਨਣ ਵਾਲੇ ਨੇ। ਇਹਨਾਂ ਤੋਂ ਵੱਡੀ ਸਿੰਮੀ ਕਾਲਜ 'ਚ ਪੜ੍ਹਦੀ ਹੈ, ਜੋ ਕਿ ਉਹਨਾਂ ਦੀ ਵੱਡੀ ਲੜਕੀ ਹੈ, ਹੋਸਟਲ 'ਚ ਰਹਿੰਦੀ ਹੈ। ਕਹਿੰਦੇ ਅਸੀਂ ਆਪਣਾ ਹੀ ਮਕਾਨ ਪਾਇਆ ਹੋਇਆ ਹੈ, ਸ਼ਹਿਰ ਦੀ ਸਭ ਤੋਂ ਸੁਥਰੀ ਨਵੀਂ ਬਸਤੀ 'ਚ, ਹੋਰ ਕੀ ਚਾਹੀਦਾ ਹੈ। ਪਰ ਮੈਂ ਬੀਤੇ ਅਤੇ ਆਉਣ ਵਾਲੇ ਦੇ ਸਮੇਂ ਚੱਕਰ ਦੇ ਵਿੱਚ ਕੀ ਹਾਂ ਫਸੀ ਹੋਈ ਹਾਂ। ਕਹਿੰਦੇ ਇਹ ਚੱਕਰ 4 ਕੁ ਵਰ੍ਹਿਆਂ ਤੋਂ ਸ਼ੁਰੂ ਹੋਇਆ, ਪਰ ਕਹਿੰਦੇ ਕਦੇ ਕਦੇ ਲੱਗਦਾ ਹੈ ਤਾਂ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਤੋਂ ਮੈਂ ਇਹ ਸੋਚਣ ਲੱਗ ਪਈ ਕਿ ਮੈਂ ਕਿੱਥੋਂ ਤੁਰੀ ਅਤੇ ਮੇਰਾ ਅੰਤ ਕੀ ਹੈ। ਕਹਿੰਦੀ ਹੁਣ 35 ਵਰ੍ਹੇ ਟੱਪ ਗਏ ਨੇ, ਸਿਰ 'ਚ ਧੋਲੇ ਦਿਸਣ ਲੱਗ ਪਏ ਨੇ, ਕਮਰ 'ਤੇ ਵੀ ਮਾਸ 'ਚ ਵੱਲ ਪੈਣ ਲੱਗ ਪਏ ਨੇ, ਇਸ 'ਤੇ ਵੀ ਸਰੀਰ ਭਰਿਆ ਨਰੋਆ ਅਤੇ ਸਿੱਜਰਾ ਦਿਸਦਾ ਹੈ। ਪਰ ਫਿਰ ਵੀ ਲੱਗਦਾ ਕਿ ਮੇਰਾ ਸਰੀਰ ਹੈ ਜੋ ਅੰਦਰੋਂ ਅੰਦਰ ਖੁਰਦਾ ਜਾ ਰਿਹਾ ਹੈ ਅਤੇ ਖੁਰਦਾ ਪਿਆ ਹੈ। ਤੈਂ ਮੇਰੇ 4 ਨਾਂ ਲਿਖੇ ਨੇ, ਰੀਟਾ ਕੌਸ਼ਲ, ਰੀਟਾ ਸੁਹੇਲ ਸਿੰਘ ਭੁੱਲਰ ਅਤੇ ਮਿਸਿਜ਼ ਭੁੱਲਰ। ਕਹਿੰਦੇ ਮੈਨੂੰ 4 ਸਵੀਕਾਰ ਨੇ, ਚੌਥੇ ਨਾਂ ਨਾਲ ਹੋਣ ਵਾਲੇ ਆਪਣੇ ਅੰਤ ਸਮੇਤ। ਕਹਿਣ ਦਾ ਮਤਲਬ ਜੋ ਰੀਟਾ ਹੈ ਉਹ ਇੰਟਰਕਾਸਟ ਮੈਰਿਜ ਕਰਾਉਂਦੀ ਹੈ, ਤਾਂ ਉਹ ਚਿੱਠੀ ਦੇ ਵਿੱਚ ਜੋ ਸੁਸ਼ਮਾ ਹੈ ਪਹਿਲਾਂ ਉਹਨੂੰ ਲਿਖਦੀ ਹੈ ਵੀ ਉਹ ਕੀ ਨਾਮ ਜਿਹੜਾ ਹੈ ਅਪਣਾਏ। ਤਾਂ ਉਹ ਕਹਿੰਦੀ ਮੈਨੇ 4 ਹੀ ਨਾਮ ਤੇਰੇ ਮਤਲਬ ਅਪਣਾ ਲਏ ਨੇ। ਕਹਿੰਦੇ ਹੁਣ ਰਾਤ ਦੇ 11 ਵੱਜਣ ਵਾਲੇ ਨੇ, ਦੋਵੇਂ ਬੇਟੇ ਕੀ ਨੇ ਆਪਣੇ ਕਮਰੇ 'ਚ ਸੋ ਗਏ ਨੇ। ਭੁੱਲਰ ਸਾਹਿਬ ਕਿਸੇ ਪਾਰਟੀ 'ਚ ਗਏ ਹੋਏ ਨੇ, ਆਉਣ ਹੀ ਵਾਲੇ ਨੇ, ਆ ਕੇ ਮੰਜੇ 'ਤੇ ਗਿਰ ਕੇ ਚਾਦਰ ਤਾਣ ਕੇ ਸੋ ਜਾਣਗੇ। ਕਹਿੰਦੇ ਉਹ ਰਾਤ ਸ਼ਰਾਬ ਦਾ ਆਪਣਾ ਕੋਟਾ ਪੂਰਾ ਕਰਕੇ ਜਿਵੇਂ ਘੋੜੇ ਵੇਚ ਕੇ ਸੌਂਦੇ ਨੇ, ਪਰ ਮੈਨੂੰ ਨੀਂਦ ਨਹੀਂ ਆਉਂਦੀ। ਨੀਂਦ ਆਉਣ ਦਾ ਕਾਰਨ ਕੋਈ ਰੋਗ ਨਹੀਂ, ਅਜੀਬ ਜਿਹੀ ਵਿਵਸਥਾ ਹੈ ਜਿਹੜੀ ਦਿਨ ਢਲਣ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਨਾ ਦਿਲ ਡੁੱਬਦਾ ਹੈ, ਨਾ ਘਟਦਾ ਹੈ, ਨਾ ਬੁਖਾਰ ਹੁੰਦਾ ਹੈ, ਨਾ ਸਿਰ ਦਰਦ ਕਰਦਾ ਹੈ, ਬਸ ਸਰੀਰ ਜਿਵੇਂ ਢਹਿਣ ਹੀ ਲੱਗ ਪੈਂਦਾ ਹੈ। ਕਹਿੰਦੇ ਦਿਮਾਗ, ਮਨ ਅਤੇ ਸਰੀਰ ਆਪ ਮੁਹਾਰੇ ਜਿਹੀ ਹੋ ਜਾਂਦੇ ਹਨ। ਦਿਮਾਗ ਕਹਿੰਦਾ ਕੁਛ ਹੈ ਅਤੇ ਅੱਗੋਂ ਸਰੀਰ ਕਰਦਾ ਕੁਛ ਹੈ। ਇਸੇ ਖਿੱਚੋਤਾਣ ਦੇ ਵਿੱਚ ਸਰੀਰ ਕੀ ਹੈ ਨਿਢਾਲ ਹੋ ਜਾਂਦਾ ਹੈ, ਮਤਲਬ ਡਿੱਗਿਆ ਹੋ ਜਾਂਦਾ ਹੈ ਅਤੇ ਉਹ ਥੱਕਿਆ ਹੁੰਦਾ ਹੈ, ਨਾ ਕਮਜ਼ੋਰ। ਕਹਿੰਦੇ ਇਹ ਅਵਸਥਾ ਕਦੋਂ ਤੋਂ ਸ਼ੁਰੂ ਹੋਈ ਕੁਝ ਯਾਦ ਨਹੀਂ। ਇੰਨਾ ਕੁ ਖਿਆਲ ਹੈ ਕਿ ਇਹਦੇ ਨਾਲ ਮੇਰੇ ਪਿਤਾ ਜੀ ਅਤੇ ਮੇਰੀ ਮਾਤਾ ਦੀ ਮੌਤ ਜੁੜੀ ਹੋਈ ਹੈ। ਜਿੰਨਾ ਖਿਆਲ ਉਹਨਾਂ ਦਾ ਆਉਂਦਾ ਹੈ ਉਨਾ ਹੀ ਬਦਨੀ ਕਲਾਂ ਦੇ ਉਸ ਘਰ ਦਾ ਆਉਂਦਾ ਹੈ। ਇਸ ਦੇ ਵਿੱਚ ਰੀਟਾ ਦਾ ਜੋ ਪਿਛਲਾ ਘਰ ਹੈ ਉਹ ਬਦਨੀ ਕਲਾਂ ਪਿੰਡ ਦੇ ਵਿੱਚ ਹੈ, ਜੋ ਉਸਦੇ ਪੇਕੇ ਘਰ ਸੀਗੇ। ਕਹਿੰਦੇ ਜਿਹੜਾ ਮੈਥੋਂ ਹਮੇਸ਼ਾ ਲਈ ਛੁੱਟ ਗਿਆ, ਜਿਹਨੂੰ ਮੈਂ ਦੇਖ ਵੀ ਨਹੀਂ ਸਕਦੀ। ਕਹਿੰਦੇ ਉਹ ਘਰ ਜਿੰਨਾ ਮੇਰੀ ਕਲਪਨਾ 'ਚ ਆਉਂਦਾ ਹੈ ਮੈਂ ਓਨਾ ਹੀ ਦੁਖੀ ਹੁੰਦੀ ਹਾਂ। ਮੈਂ ਜਿੰਨੀ ਦੁਖੀ ਹੁੰਦੀ ਹਾਂ ਓਨਾ ਹੀ ਵੱਧ ਉਹ ਮੈਨੂੰ ਫਿਰ ਦਿਸਦਾ ਹੈ। ਕਹਿੰਦੇ ਬਦਨੀ ਕਲਾਂ ਪੱਕਾ ਕੱਚਾ ਜਿਹਾ ਪਿੰਡ ਹੈ। ਪਿੱਪਲ ਬਰੋਟਿਆਂ ਵਾਲੇ ਟੋਭੇ ਕੋਲੋਂ ਲੰਘ ਕੇ ਵਿਚਕਾਰਲੀ ਗਲੀ ਦੇ ਸੱਜੇ ਪਾਸੇ ਪਹਿਲਾ ਘਰ ਸਾਡਾ ਹੀ ਹੈ, ਜਾਂ ਮੇਰਾ ਵੀ ਕਦੇ ਸੀ।
ਕਹਿੰਦੇ ਖੜਕਦੇ ਚੀਖਦੇ ਦਰਵਾਜ਼ੇ ਖੋਲ੍ਹ ਕੇ ਬੜੇ ਵਿਹੜੇ ਦੇ ਖੱਬੇ ਹੱਥ ਖੂਹੀ ਹੈ, ਨਾਲ ਹੀ ਪਿੱਪਲੀ ਦੇ ਆਲੇ 'ਚ ਸ਼ੀਨ ਮੰਦਰ ਤੇ ਠਾਕੁਰ ਦੁਆਰਾ, ਮਤਲਬ ਉਹਨਾਂ ਨੇ ਪਿੱਪਲ ਦੇ ਆਲੇ ਦੇ ਕੋਲ ਹੀ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਹੈ ਠਾਕੁਰ ਦੁਆਰਾ। ਵਿਹੜੇ ਦੇ ਵਿਚਕਾਰ ਕਹਿੰਦੇ ਉੱਚੇ ਥੜੇ ਵਾਲੇ ਗਮਲੇ ਦੇ ਵਿੱਚ ਤੁਲਸੀ ਲੱਗੀ। ਉਹਨਾਂ ਦੇ ਘਰ ਦਾ ਜੋ ਮਤਲਬ ਵਾਤਾਵਰਨ ਹੈ, ਦ੍ਰਿਸ਼ ਹੈ, ਜੋ ਉਹ ਪੇਸ਼ ਕਰ ਰਹੀ ਉਹ ਚਿੱਠੀ ਦੇ ਵਿੱਚ, ਕਿ ਇਸ ਤਰ੍ਹਾਂ ਟੋਬੇ ਕੋਲ ਲੰਘਦੀ ਵਿਚਕਾਰਲੀ ਗਲੀ ਦੇ ਸੱਜੇ ਪਾਸੇ ਘਰ ਹੈ, ਠੀਕ ਹੈ, ਖੱਬੇ ਹੱਥ ਖੂਹੀ ਹੈ, ਪਿੱਪਲ ਹੈ, ਉੱਥੇ ਮੰਦਿਰ ਹੈ ਤੇ ਇੱਕ ਤੁਲਸੀ ਜੋ ਥੜੇ ਦੇ ਉੱਤੇ ਗਮਲੇ ਵਿੱਚ ਲੱਗੀ ਹੋਈ ਹੈ। ਕਹਿੰਦੇ ਪਿਤਾ ਜੀ ਤੜਕੇ ਉੱਠ ਕੇ ਨਹਾ ਕੇ ਠਾਕੁਰ ਪੂਜਦੇ ਤੇ ਮਾਂ ਤੁਲਸੀ, ਉਹ ਦੋਵੇਂ ਕਦੇ ਮੂਰਤੀਆਂ ਪੂਜਦੇ, ਕਦੇ ਦਰਖਤ, ਕਦੇ ਜਾਨਵਰ, ਕਦੇ ਪਿੱਤਰ। ਮੈਨੂੰ ਉਹਨਾਂ ਦੀ ਹਰ ਪੂਜਾ ਬੁਰੀ ਲੱਗੀ ਸੀ। ਮੈਂ ਉਹਨਾਂ ਦੇ ਸਾਰੇ ਵਰਤ ਭਰਮ ਮੱਥੇ ਟੇਕਣੇ ਤੇ ਰੀਤਾਂ ਛਡਾ ਕੇ ਕਾਲਜ ਚਲੀ ਜਾਂਦੀ ਤਾਂ ਉਹ ਬਿਟ ਦੇਖਦੇ ਰਹਿੰਦੇ। ਫਿਰ ਮਾਂ ਕਹਿੰਦੇ ਮੈਨੂੰ ਰਾਤ ਨੂੰ ਸਮਝਾਉਂਦੀ ਕਿ ਆਪਣੇ ਪਿਤਾ ਜੀ ਦਾ ਦਿਲ ਨਾ ਦੁਖਾਇਆ ਕਰ, ਤੇਰਾ ਮਨ ਨਾ ਵੀ ਮੰਨੇ ਤੂੰ ਝੂਠੀ ਮੁੱਠੀ ਹੀ ਬਹਿ ਜਾਇਆ ਕਰ, ਸਿਰ ਨੀਵਾਂ ਕਰਨ 'ਚ ਕੀ ਹਰਜ ਹੈ, ਆਖਿਰ ਆਪਾਂ ਬ੍ਰਾਹਮਣ ਹੋਏ ਹਾਂ। ਪਰ ਮੈਨੂੰ ਕਹਿੰਦੇ ਇਹ ਦਿਖਾਵਾ ਛਲ ਕਪਟ ਜਿਹਾ ਲੱਗਦਾ ਸੀ। ਮੀਨਸ ਉਹ ਉਹਨਾਂ ਦੇ ਰੀਤੀ ਰਿਵਾਜ਼ਾਂ ਨੂੰ ਘੱਟ ਹੀ ਮੰਨਦੀ ਸੀ ਜੋ ਉਸਦੇ ਪੇਕੇ ਘਰ ਦੇ ਵਿੱਚ ਚੱਲਦੇ ਸੀ, ਤੇ ਉਹ ਮਾਤਾ ਪਿਤਾ ਦੀ ਆਗਿਆ ਮੰਨਣ ਵਾਲੀ ਗੱਲ ਪਛੜੀ ਜਿਹੀ ਸੀ। ਪਿਤਾ ਜੀ ਸ਼ਾਇਦ ਇਸ ਗੱਲੋਂ ਮਰਨ ਤੱਕ ਵੀ ਦੁਖੀ ਰਹੇ ਵੀ ਉਹ ਉਹਨਾਂ ਦੀ ਗੱਲਾਂ ਨਹੀਂ ਸੀ ਮੰਨਦੀ, ਰੀਤੀ ਰਿਵਾਜ਼ਾਂ ਨੂੰ ਨਹੀਂ ਸੀ ਮੰਨਦੀ। ਪਿਤਾ ਜੀ ਕਹਿੰਦੇ ਇਸ ਗੱਲ ਤੋਂ ਦੁਖੀ ਰਹੇ। ਉਂਝ ਮੈਂ ਹਰ ਕੰਮ ਉਹਨਾਂ ਦੀ ਮਰਜ਼ੀ ਦੇ ਹੀ ਉਲਟ ਕੀਤਾ। ਕਹਿੰਦੇ ਉਹ ਮੈਨੂੰ ਕਾਲਜ 'ਚ ਪੜ੍ਹਾਉਣਾ ਨਹੀਂ ਸੀ ਚਾਹੁੰਦੇ। ਮੇਰੇ ਮਾਮਾ ਜੀ ਨੇ ਸਕਾਲਰਸ਼ਿਪ ਦੇ ਜ਼ੋਰ 'ਤੇ ਦਾਖਲ ਹੋ ਗਈ। ਮੈਂ ਮਾਮਾ ਜੀ ਅਤੇ ਆਪਣੇ ਸਕਾਲਰਸ਼ਿਪ ਦੇ ਜ਼ੋਰ 'ਤੇ ਕੀ ਹੈ ਦਾਖਲ ਹੋ ਗਈ। ਹੋਸਟਲ ਦੇ ਖਰਚੇ ਲਈ ਮੈਂ ਕਹਿੰਦੇ ਟਿਊਸ਼ਨਾਂ ਵੀ ਕੀਤੀਆਂ, ਉਹ ਵੀ ਇਸ ਲਈ ਕਿ ਮੈਂ ਮੁੜ ਕੇ ਪਿੰਡ ਨਹੀਂ ਸੀ ਜਾਣਾ ਚਾਹੁੰਦੀ। ਕਹਿੰਦੇ ਇਹ ਸਭ ਕੁਝ ਕਰਦਿਆਂ ਮੈਨੂੰ ਲੱਗਿਆ ਸੀ ਕਿ ਜਿਵੇਂ ਮੈਂ ਕੋਈ ਕ੍ਰਾਂਤੀਕਾਰੀ ਕੰਮ ਕਰ ਰਹੀ ਹਾਂ, ਨਵੀਂ ਨਸਲ ਦੇ ਲਈ ਨਵਾਂ ਰਾਹ ਬਣਾ ਰਹੀ ਹਾਂ। ਪਰ ਹੁਣ ਸੋਚ ਕੇ ਹੈਰਾਨੀ ਹੁੰਦੀ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ। ਮੇਰੇ ਪਿਤਾ ਜੀ ਮਾਂ ਨੂੰ ਕਿਹਾ ਕਰਦੇ ਸੀ ਕਿ ਮੇਰੇ ਘਰ ਦੇ ਵਿੱਚ ਨਾਸਤਿਕ ਪੁੱਤਰੀ, ਨਾਸਤਿਕ ਜੋ ਰੱਬ ਨੂੰ ਨਹੀਂ ਮੰਨਦਾ ਉਹਨੂੰ ਕਹਿੰਦੇ ਨੇ, ਜਨਮ ਲਿਆ ਹੈ। ਇਹ ਮੇਰੇ ਕਈ ਜਨਮਾਂ ਦੇ ਘੋਰ ਪਾਪ ਦਾ ਹੀ ਫਲ ਹੈ। ਤੇ ਮਾਂ ਮੈਨੂੰ ਕਿਹਾ ਕਰਦੀ ਸੀ ਕਿ ਚੰਗੀ ਸੰਤਾਨ ਪਾਪੀ ਮਾਂ-ਬਾਪ ਨੂੰ ਨਰਕ 'ਚੋਂ ਕੱਢ ਕੇ ਸਵਰਗ ਦੇ ਵਿੱਚ ਲੈ ਜਾਂਦੀ ਹੈ, ਪਰ ਮਾੜੀ ਸੱਤ ਕੁਲਾਂ ਨੂੰ ਡੁਬੋ ਦਿੰਦੀ ਹੈ। ਕਹਿੰਦੇ ਉਹ ਮੈਨੂੰ ਡਰਾ ਦਿਆ ਕਰਦੇ ਸੀ ਕਿ ਤੇਰੇ ਪਿਤਾ ਜੀ ਕਰਮਕਾਂਡੀ ਬ੍ਰਾਹਮਣ ਨੇ, ਉਹਨਾਂ ਦੇ ਮੂੰਹੋਂ ਦੁਰਸ਼ੀਸ ਨਿਕਲਣ ਤੋਂ ਪਿੰਡ ਦੇ ਜ਼ਿਮੀਂਦਾਰ ਵੀ ਡਰਦੇ ਨੇ, ਪਰ ਤੂੰ ਹਰਨਾਕਸ਼ਨੀ ਸਿਲਵੱਟਾ ਹੋ ਗਈ ਹੈ। ਹੁਣ ਸੋਚਦੀ ਹਾਂ ਕਿ ਕੀ ਹਰਜ ਸੀ ਉਹਨਾਂ ਦੀ ਗੱਲ ਮੰਨਣ 'ਚ। ਉਹ ਤਾਂ ਸੁੱਖ ਚੈਨ ਨਾਲ ਮਰਦੇ। ਉਹ ਤਾਂ ਸੋਚਦੀ ਕਿ ਇੱਕ ਨੇ ਤਾਂ ਦੁਖੀ ਹੋਣਾ ਹੀ ਹੈ, ਨਵੇਂ ਜਾਂ ਪੁਰਾਣੇ ਨੇ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਨਵਾਂ ਤਾਂ ਸਹਿ ਕੇ ਪਰੇ ਹੋ ਜਾਂਦਾ, ਪਰ ਪੁਰਾਣਾ ਆਪਣੇ ਹੱਡ ਖੋਰ ਲੈਂਦਾ। ਤਾਂ ਇਹਦੇ ਵਿੱਚ ਇਹ ਗੱਲਾਂ ਦਾ ਮਤਲਬ ਇਹ ਹੈ ਇਹਨਾਂ ਲਾਈਨਾਂ ਦਾ ਕਿ ਜਿਹੜੇ ਆਪਣੇ ਪੁਰਾਣੇ ਵੱਡ ਵਡੇਰੇ ਨੇ ਉਹਨਾਂ ਦੀ ਗੱਲਾਂ ਆਪਾਂ ਨੂੰ ਮੰਨਣੀਆਂ ਚਾਹੀਦੀਆਂ ਨੇ। ਆਪਾਂ ਆਪਣੀ ਮਰਜ਼ੀ ਚਲਾਉਂਦੇ ਹਾਂ, ਆਪਣੀ ਮਰਜ਼ੀ ਤਾਂ ਆਪਾਂ ਚਲਾ ਕੇ ਪਰੇ ਹੋ ਜਾਂਦੇ ਹਾਂ, ਪਰ ਜੋ ਆਪਣੇ ਪੁਰਾਣੇ ਲੋਕ ਨੇ, ਆਪਣੇ ਵਡੇਰੇ ਨੇ, ਉਹ ਉਸ ਗੱਲ ਨੂੰ ਆਪਣੇ ਅੰਦਰੋਂ ਹੀ ਅੰਦਰ ਮਤਲਬ ਗਮ ਦਾ ਰੂਪ ਬਣਾ ਲੈਂਦੇ ਨੇ, ਅਤੇ ਉਹੀ ਗਮ ਉਹਨਾਂ ਨੂੰ ਅੰਦਰੋਂ ਅੰਦਰ ਫਿਰ ਖਾਈ ਜਾਂਦਾ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ ਕਿ ਭੁੱਲਰ ਸਾਹਿਬ ਨਾਲ ਵਿਆਹ ਕਰਾਉਣ ਦਾ ਜਦ ਵਿਚਾਰ ਬਣਿਆ ਤਾਂ ਸਭ ਕੁਝ ਮੇਰੇ ਹੱਥ ਸੀ। ਮੈਂ ਹਾਂ ਕਹਿੰਦੀ ਜਾਂ ਨਾ। ਭੁੱਲਰ ਨੂੰ ਤਾਂ ਕੁਝ ਕਹਿਣ ਦੀ ਹਿੰਮਤ ਹੀ ਨਹੀਂ ਸੀ। ਇਹ ਤਾਂ ਆਪਣੇ ਇੰਜੀਨੀਅਰਿੰਗ ਕਾਲਜ ਤੋਂ ਰੋਜ਼ ਮੇਰੇ ਪਿੱਛੇ ਕਾਲਜ ਤੱਕ ਆਉਂਦਾ ਅਤੇ ਮੇਰੇ ਬਲਾਕ ਦੇ ਅੰਦਰ ਵੜਨ ਤੱਕ ਮੈਨੂੰ ਦੇਖਦਾ ਰਹਿੰਦਾ। ਕਹਿੰਦੇ ਜਦੋਂ ਆਪਣੇ ਦੋਸਤ ਦੀ ਸਹੇਲੀ ਦੇ ਸਹਾਰੇ ਉਹ ਮੇਰੇ ਕੋਲ ਆ ਕੇ ਚਾਹ ਪੀਣ ਲੱਗਾ ਤਾਂ ਬੈਠਾ ਇਸੇ ਤਰ੍ਹਾਂ ਗੱਲਾਂ ਕਰਦਾ ਸੀ ਕਿ ਜਿਵੇਂ ਪਿੱਪਲ ਦੇ ਹੇਠ ਅਣਘੜਤ ਸਾਲਗਰਾਮ ਰੱਖਿਆ ਹੁੰਦਾ। ਕਹਿੰਦੇ ਉਸ ਕੁੜੀ ਨੇ ਇਹਦੀ ਨੌਕਰੀ ਲੱਗਣ ਅਤੇ ਮੇਰੇ ਪਿੱਛੇ ਮਜਨੂ ਬਣਨ ਦੀ ਗੱਲ ਕੀਤੀ ਤਾਂ ਮੈਨੂੰ ਛੇੜਨ ਲਈ ਸੀ, ਪਰ ਜਦ ਮੈਂ ਕਿਹਾ ਕਿ ਮੈਂ ਵਿਆਹ ਕਰਾਉਣ ਨੂੰ ਤਿਆਰ ਹਾਂ ਤਾਂ ਉਹ ਦਹਿਲ ਗਈ ਸੀ। ਮੈਂ ਹੈਰਾਨ ਸੀ ਕਿ ਮੈਂ ਫੈਸਲਾ ਐਡੀ ਛੇਤੀ ਕਿਵੇਂ ਕਰ ਲਿਆ। ਹੁਣ ਮੈਂ ਹੈਰਾਨ ਹਾਂ ਕਿ ਅੱਕ ਗਈ ਸੀ ਜਾਂ ਮੈਂ ਸਭ ਨੂੰ ਹੈਰਾਨ ਕਰਨ ਦੇਣ ਵਾਲਾ ਕੋਈ ਕੰਮ ਕਰਨਾ ਚਾਹੁੰਦੀ ਸੀ। ਕਹਿੰਦੇ ਉਦੋਂ ਰੀਟਾ ਕੌਸ਼ਲ ਨੇ ਸੋਚਿਆ ਵੀ ਨਹੀਂ ਸੀ ਕਿ ਕੀ ਬੀਤੇਗੀ ਪਿੰਡ ਵਾਲੇ ਉਸ ਘਰ ਉੱਤੇ, ਫਿਰ ਅੰਤ ਨੂੰ ਆਪਣੇ ਆਪ ਉੱਤੇ। ਕਹਿੰਦੇ ਆਪਣੀ ਗਲਤੀ ਦਾ ਅਹਿਸਾਸ ਪਹਿਲੀ ਵਾਰ ਮੈਨੂੰ ਉਦੋਂ ਹੋਇਆ ਜਦੋਂ ਮੈਂ ਰਾਮਪੁਰ ਜਾ ਕੇ ਆਪਣਾ ਸਹੁਰਾ ਘਰ ਵੇਖਿਆ। ਉਸਦਾ ਜਿਹੜਾ ਸਹੁਰਾ ਘਰ ਸੀ ਉਹ ਰਾਮਪੁਰ ਸੀ, ਪੇਕੇ ਸੀ ਜਿਹੜਾ ਉਹ ਬਦਨੀ ਕਲਾ ਸੀ।
ਕਹਿੰਦੇ ਭੁੱਲਰ ਸਾਹਿਬ ਦਾ ਛੋਟਾ ਭਰਾ ਲੈਣ ਆਇਆ ਸੀ। ਮੈਂ ਬੜੀ ਦੁਚਿੱਤੀ 'ਚ ਸੀ। ਕਦੇ ਚਾਉ ਜਿਹਾ ਚੜ੍ਹਦਾ, ਕਦੇ ਦਿਲ ਘੁੱਟ ਹੋ ਜਾਂਦਾ। ਉੱਥੇ ਕਹਿੰਦੇ ਕੁਝ ਮਿੰਟਾਂ ਦੇ ਵਿੱਚ ਹੀ ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਬਈ ਮੈਂ ਗਲਤ ਥਾਂ 'ਤੇ ਆ ਗਈ ਹਾਂ। ਪਿੰਡ ਉਹ ਵੀ ਪਿੱਪਲ ਬਰੋਟਿਆਂ ਵਾਲੇ ਟੋਭੇ ਵਾਲਾ ਸੀ। ਘਰ ਉਹ ਵੀ ਬਿਹੜੇ ਅਤੇ ਖੁਰਲੀਆਂ ਵਾਲਾ ਹੀ ਸੀ, ਪਰ ਬਸਣ ਵਾਲੇ ਜੀਆਂ 'ਚ ਇੰਨਾ ਫਰਕ ਸੀ ਜਿੰਨਾ ਪਿੱਪਲਾਂ ਅਤੇ ਕਿੱਕਰਾਂ ਦਾ ਹੁੰਦਾ ਹੈ। ਕਹਿੰਦੇ ਮੈਂ ਸਿਰ 'ਤੇ ਸਾੜੀ ਦੇ ਪੱਲੇ ਨਾਲ ਢੱਕ ਕੇ ਹੱਥ ਜੋੜ ਕੇ ਸਭ ਨੂੰ ਸਤਿ ਸ੍ਰੀ ਅਕਾਲ ਕਹੀ, ਪਰ ਸਾਰੇ ਹੈਰਾਨੀ ਭਰੀਆਂ ਨਜ਼ਰਾਂ ਦੇ ਨਾਲ ਕਹਿੰਦੇ ਮੈਨੂੰ ਇਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਮੈਂ ਚਿੜੀਆ ਘਰ 'ਚੋਂ ਭੱਜਿਆ ਹੋਇਆ ਕੋਈ ਜਾਨਵਰ ਹੋਵਾਂ। ਹਵਨ ਕੁੰਡ, ਬੇਦੀ ਜਾਂ ਗ੍ਰੰਥ ਸਾਹਿਬ ਦੇ ਦੁਆਲੇ ਫੇਰੇ ਲਏ ਬਿਨਾਂ ਵਿਆਹ ਕਰਾਉਣ ਵਾਲਿਆਂ ਦੇ ਨਾਲ ਕਹਿੰਦੇ ਇਹੀ ਸਲੂਕ ਹੁੰਦਾ ਹੈ। ਮੈਨੂੰ ਉਦੋਂ ਪਤਾ ਲੱਗਿਆ। ਕਹਿਣ ਦਾ ਮਤਲਬ ਉਹਨਾਂ ਨੇ ਵਿਆਹ ਕਰਾ ਲਿਆ ਸੀ, ਜਲਦੀ 'ਚ ਫੈਸਲਾ ਕਰ ਲਿਆ ਸੀ। ਕਹਿੰਦੇ ਮੈਨੂੰ ਮਹਿਸੂਸ ਹੁੰਦਾ ਕਿ ਇਸ ਤਰ੍ਹਾਂ ਵਿਆਹ ਕਰਾਉਣ ਵਾਲੇ ਵਿਅਕਤੀ ਦੇ ਨਾਲ ਇਸੇ ਤਰ੍ਹਾਂ ਦਾ ਹੀ ਸਲੂਕ ਹੁੰਦਾ। ਕਹਿੰਦੇ ਜਦੋਂ ਸੰਝ ਪਈ ਤਾਂ ਸੱਸ ਨੇ ਕੋਲ ਬਹਿ ਕੇ ਪੁੱਛਿਆ ਕਿ ਤੁਹਾਡੇ ਪਿੰਡ ਪੈਰੀ ਹੱਥ ਲਾਉਣ ਦਾ ਰਿਵਾਜ਼ ਨਹੀਂ। ਮੈਂ ਚੁੱਪ ਰਹੀ। ਕਹਿੰਦੇ ਮੈਂ ਉਦੋਂ ਵੀ ਚੁੱਪ ਰਹੀ ਜਦੋਂ ਸਹੁਰੇ ਨੇ ਹੱਸ ਕੇ ਕਿਸੇ ਨੂੰ ਕਿਹਾ ਕਿ ਇਹ ਤਾਂ ਸਾਡੇ ਘੁੰਡ ਕਢਾ ਕੇ ਛੱਡੂ, ਤਾਂ ਉਦੋਂ ਵੀ ਚੁੱਪ ਹੀ ਰਹੀ। ਜਦੋਂ ਕਿਸੇ ਨੇ ਭੁੱਲਰ ਨੂੰ ਕਿਹਾ ਸੀ ਕਿ ਕਿੱਥੋਂ ਚੱਕ ਲਿਆਂਦੀ ਇਹ ਬਾਹਮਣੀ ਗਲਾਸ ਵਰਗੀ, ਮਤਲਬ ਕੰਚ ਵਰਗੀ, ਜਿਹੜੀ ਜੱਟਾਂ ਦੇ ਬਸਦੀ ਨਾ ਹੋਵੇ। ਅਤੇ ਰਾਤ ਨੂੰ ਸੱਸ ਨੇ ਆਪਣੀ ਧੀ ਨੂੰ ਸਮਝਾਇਆ ਕਿ ਕੀ ਦੇਣਾ ਸੀ, ਵਿਚਾਰੇ ਹੁੰਦਿਆਂ ਤੇ ਪਲਦੇ ਹੋਣਗੇ, ਹੁੰਦਿਆਂ ਤੇ ਹੀ ਪਲਦੇ ਹੋਣਗੇ। ਕਿੰਨੇ ਕਿੰਨੇ ਚਿਰ ਬਾਅਦ ਕਹੀ ਸੀ ਇਹ ਗੱਲ ਜਾਂ ਹੋਰ ਗੱਲਾਂ, ਪਰ ਦੂਜੀ ਦੇ ਸੁਣਨ ਤੱਕ ਪਹਿਲੀ ਕੁੜੱਤਣ ਨਾਲ ਹੀ ਮਨ ਭਰਿਆ ਰਹਿੰਦਾ ਸੀ। ਭੁੱਲਰ ਸਾਹਿਬ ਮੇਰੇ ਕੋਲ ਆਏ ਤੇ ਮੈਂ ਪੁੱਛਿਆ ਕਿ ਕਦੋਂ ਜਾਣਾ ਹੈ ਆਪਾਂ ਇੱਥੋਂ। ਸਵੇਰੇ ਕਹਿ ਕੇ ਉਹਨੇ ਮੇਰੇ ਕੰਨ ਵੱਲ ਬੇਬਸੀ ਦੇ ਨਾਲ ਦੇਖਿਆ ਸੀ। ਕਹਿੰਦੇ ਰਾਤ ਨੂੰ ਮੈਨੂੰ ਮਹਿਸੂਸ ਹੋਇਆ ਕਿ ਇਹ ਘਰ ਤਾਂ ਭੂਤਾਂ ਦਾ ਹੀ ਵਾਸਾ ਹੈ। ਤਿੰਨੇ ਭਾਈ ਕੀ ਨੇ ਡੰਗਰਾਂ ਕੋਲ ਬੈਠ ਕੇ ਸ਼ਰਾਬ ਪੀਂਦੇ ਰਹੇ। ਅਸੱਭਿਅ, ਮਤਲਬ ਗੰਦੀਆਂ ਮੰਦੀਆਂ ਗੱਲਾਂ ਜਿਹਨੂੰ ਮੈਂ ਕਹਿੰਦੇ ਅਸੱਭਿਅ ਜਿਹੀਆਂ ਗੱਲਾਂ ਕਰਦੇ ਰਹੇ। ਬੁੱਢਾ ਵੀ ਗੰਦੀਆਂ ਗਾਲਾਂ ਕਰਦਾ ਤੇ ਪੀਂਦਾ ਰਹਿੰਦਾ। ਬੁੱਢੀ ਵੀ ਬੇਸ਼ਰਮਾ ਵਾਂਗੂ ਹਿੜ ਹੱਸਦੀ ਤੇ ਉਹਨਾਂ ਨੂੰ ਰੋਟੀ ਖਵਾਉਂਦੀ। ਤੇ ਫਿਰ ਮੈਨੂੰ ਧੁੰਦੀ ਸ਼ਰਾਬੀ ਦਿਓਰ ਕੋਲ ਲੈ ਗਈ। ਕਹਿੰਦੀ ਦੇਖ ਸੋਹਣਾ ਹੈ ਨਾ, ਇਹਨੂੰ ਵੀ ਆਪਣੀ ਕੋਈ ਭੈਣ ਲਿਆ ਦੇ, ਪਰ ਹੋਵੇ ਜੱਟਾਂ ਦੇ ਕੰਮ ਦੀ। ਮੇਰੇ ਵਰਗੀ ਕੰਚ ਦਾ ਭਾਂਡਾ ਤੇ ਸੁਹੇਲਾ ਹੀ ਸਾਂਭੂ। ਉਸਦੇ ਪਤੀ ਦਾ ਨਾਮ ਹੈ ਸੁਹੇਲ। ਕਹਿੰਦੇ ਕਿੰਨੀ ਦੇਰ ਤੱਕ ਮੈਂ ਰੋਂਦੀ ਰਹੀ। ਰਾਤ ਤੱਕ ਮੈਂ ਰੋਂਦੀ ਰਹੀ ਆਪਣੀ ਗਲਤੀ ਤੇ ਆਪਣੀ ਬੇਬਸੀ ਤੇ। ਇਸੇ ਤਰ੍ਹਾਂ ਜਲ ਬਲ ਕੇ 2 ਰਾਤਾਂ ਕੱਟੀਆਂ ਤੇ ਅਸੀਂ ਸਮਾਨ ਚੁੱਕ ਕੇ ਚੰਡੀਗੜ੍ਹ ਆ ਗਏ। ਕਹਿੰਦੇ ਉੱਥੇ ਭੁੱਲਰ ਸਾਹਿਬ ਸੀ, ਚੰਗਾ ਫਲੈਟ ਸੀ, ਮਾਰਕੀਟਾਂ ਦੇ ਵਿੱਚ ਘੁੰਮਣਾ ਸੀ, ਪਰ ਮੈਂ ਘੁੱਟਦੀ ਜਾਵਾਂ ਲੱਗੇ ਜਿਵੇਂ ਮੇਰੇ ਅੰਦਰੋਂ ਹੀ ਅੰਦਰ ਕੁਝ ਖੁਰਦਾ ਜਾਂਦਾ ਹੈ। ਫੰਗ ਜਿਹੇ ਕੱਟੇ ਗਏ ਹੋਣ, ਫੰਗ ਹੋਣ ਤੇ ਪਰ ਉੱਡ ਨਾ ਹੋਵੇ। ਸੋ ਇਸ ਤਰ੍ਹਾਂ ਮੈਂ ਕਹਿੰਦੇ ਡਿਪਾਰਟਮੈਂਟ ਆਫ ਟੂਰਿਜ਼ਮ ਦੀ ਰਿਸੈਪਸ਼ਨਿਸਟ ਬਣ ਗਈ। ਤਦ ਮੇਰੇ ਉੱਤੇ ਭੁੱਲਰ ਦਾ ਪਰਛਾਵਾਂ ਜਿਹਾ ਕੁਝ ਘਟ ਗਿਆ। ਉਹ ਰੁੱਖਾ ਜਿਹਾ ਹੋਣ ਲੱਗ ਪਿਆ। ਉਹ ਮੈਨੂੰ ਮੇਰੇ ਦਫ਼ਤਰ 'ਚ ਦੇਖਣ ਆਉਂਦਾ। ਮੈਂ ਕਦੇ ਵਿਦੇਸ਼ੀਆਂ ਦੇ ਨਾਲ ਪਿੰਜੌਰ ਗਾਰਡਨ ਚਲੀ ਜਾਂਦੀ। ਦੇਰ ਨਾਲ ਘਰ ਆਉਂਦੀ ਤਾਂ ਅੱਗੋਂ ਹਰ ਚੀਜ਼ ਮੈਨੂੰ ਖਿਜੀ ਲੱਗਦੀ। ਸੋਚਦੀ ਮਾਂ ਬਾਪ ਛੱਡੇ, ਜਨਮ ਦਾ ਘਰ ਛੱਡਿਆ, ਧਰਮ ਛੱਡਿਆ, ਤਦ ਇਸ ਆਦਮੀ ਨਾਲ ਤੁਰੀ ਸੀ। ਕਹਿੰਦੇ ਹਲੇ ਤਾਂ ਵਾਟ ਹੀ ਸ਼ੁਰੂ ਹੋਈ ਸੀ, ਅੱਧ ਤੱਕ ਕੀ ਬਣੂ। ਹੁਣ ਤਾਂ ਮਾਮਾ ਜੀ ਵੀ ਸਾਥ ਛੱਡ ਗਏ ਸੀ। ਉਹ ਜਦੋਂ ਕਿਤੇ ਮਿਲਦੇ ਤਾਂ ਅੱਖ ਬਚਾ ਕੇ ਲੰਘ ਜਾਂਦੇ ਤੇ ਮੈਨੂੰ ਆਪਣੇ ਆਪ 'ਤੇ ਖਿਝ ਜਿਹੀ ਆਉਂਦੀ, ਕਿਉਂਕਿ ਉਸਨੇ ਆਊਟ ਆਫ ਕਾਸਟ ਮੈਰਿਜ ਕਰੀ ਸੀ, ਤਾਂ ਘਰ ਦੇ ਸੀ ਜਿਹੜੇ ਉਹ ਵੀ ਉਸਦੇ ਨਾਲ ਮਤਲਬ ਨਾਰਾਜ਼ ਹੀ ਸੀ। ਕੋਈ ਉਸਨੂੰ ਚੰਗਾ ਨਹੀਂ ਸੀ ਸਮਝਦਾ। ਕਹਿੰਦੇ ਇੱਕ ਦਿਨ ਗਵਰਨਰ ਦੀ ਪਾਰਟੀ ਕਰਕੇ ਮੈਨੂੰ ਕਾਫੀ ਦੇਰ ਹੋ ਗਈ। ਬਾਹਰ ਨਿਕਲੀ ਤਾਂ ਗੇਟ 'ਤੇ ਭੁੱਲਰ ਸਕੂਟਰ ਲਈ ਖੜਾ ਸੀ। ਉਹਨੇ ਖਿਝ ਕੇ ਕੁਝ ਆਖਿਆ, ਕੋਈ ਹੋਰ ਨਾ ਸੁਣ ਲਵੇ ਇਸ ਡਰੋਂ ਮੈਂ ਚੁੱਪ ਕਰਕੇ ਪਿੱਛੇ ਬਹਿ ਗਈ ਤੇ ਰਾਹ ਦੇ ਵਿੱਚ ਉਹ ਬੋਲਦਾ ਰਿਹਾ, ਪਰ ਮੈਨੂੰ ਸਮਝ ਨਹੀਂ ਆਇਆ। ਇਸ ਰੌਲੇ 'ਚ ਕੁਝ ਸਕੂਟਰ ਦੀ ਆਵਾਜ਼ ਵੀ ਸੀ ਤੇ ਕੁਝ ਦਿਮਾਗ ਦੇ ਅੰਦਰ ਸ਼ੋਰ ਵੀ ਸੀ। ਕਹਿੰਦੇ ਅੰਦਰ ਕਮਰੇ ਦੇ ਵਿੱਚ ਵੜਦੀ ਹੀ ਫਿਰ ਮੈਂ ਲੜ ਪਈ। ਉਹਦੀ ਆਵਾਜ਼ ਧੀਮੀ ਹੋ ਗਈ ਤੇ ਮੈਂ ਸਾਫ਼ ਕਹਿ ਦਿੱਤਾ, ਬਈ ਮੈਂ ਤੇਰੀ ਮੁੱਲ ਦੀ ਖਰੀਦੀ ਹੋਈ ਲੌਂਡੀ ਨਹੀਂ। ਉਹ ਡਰ ਗਿਆ। ਬਾਅਦ ਵਿੱਚ ਉਹਨੇ ਮੈਨੂੰ ਆਪ ਦੱਸਿਆ ਕਿ ਉਹ ਡਰ ਗਿਆ ਸੀ ਭਈ ਮੈਂ ਉਹਨੂੰ ਛੱਡ ਕੇ ਕਿਤੇ ਚਲੀ ਨਾ ਜਾਵਾਂ। ਕਹਿੰਦੇ ਇਸ ਲਈ ਉਹ ਚਾਹੁਣ ਲੱਗ ਪਿਆ ਸੀ ਕਿ ਛੇਤੀ ਗੱਠ ਪੱਕੀ ਹੋ ਜਾਵੇ। ਜਦੋਂ ਸਿੰਮੀ ਹੋਈ ਤਾਂ ਮੈਂ ਨੌਕਰੀ ਛੱਡ ਦਿੱਤੀ। ਭੁੱਲਰ ਸਾਹਿਬ ਨੂੰ ਵੀ ਤਸੱਲੀ ਹੋ ਗਈ। ਫਿਰ ਪਿਤਾ ਜੀ ਦਾ ਦੇਹਾਂਤ ਵੀ ਹੋ ਗਿਆ। ਮੈਂ ਘਰ ਗਈ। ਮਾਂ ਨੇ ਮੈਨੂੰ ਪਰਾਂ ਹੇਠ ਲੈ ਕੇ, ਮਤਲਬ ਆਪਣੀ ਗੋਦੀ ਦੇ ਵਿੱਚ ਪਰਾਂ ਹੇਠ ਲੈ ਕੇ ਰੋ ਬੁਰਾ ਹਾਲ ਕਰ ਲਿਆ।
ਪਰ ਭਾਈ ਸੁਰਿੰਦਰ ਨੇ ਭਾਬੀ ਨੂੰ ਦੇਖ ਕੇ ਨਜ਼ਰਾਂ ਝੁਕਾ ਲਈਆਂ। ਜਿਹੜਾ ਉਸਦਾ ਭਰਾ ਸੀ ਸੁਰਿੰਦਰ, ਠੀਕ ਹੈ। ਕਹਿੰਦੇ ਪਿਤਾ ਜੀ ਦੀ ਖਬਰ ਮਾਂ ਨੇ ਸੰਸਕਾਰ ਤੋਂ ਬਾਅਦ ਚੋਰੀ ਭੇਜੀ ਸੀ। ਮੈਨੂੰ ਪਿੰਡ ਵਾਲਿਆਂ ਦੇ ਹੱਥੋਂ ਹੱਥੀ ਸਾਂਭ ਲਿਆ। ਭੁੱਲਰ ਸਾਹਿਬ ਮਰਦਾਂ 'ਚ ਬਹਿ ਗਏ। ਕਹਿੰਦੇ ਰਿਸ਼ਤੇਦਾਰਾਂ 'ਚੋਂ ਇੱਕ ਮਾਸੀ ਉਹਨਾਂ ਕੋਲ ਗਈ ਤੇ ਰੋ ਕੇ ਉੱਠ ਆਈ। ਉਹ ਆਪ ਵੀ ਕਿਸੇ ਕੋਲ ਅਫਸੋਸ ਕਰਨ ਨੂੰ ਨਹੀਂ ਉੱਠੇ। ਕਹਿੰਦੇ ਇੱਕ ਮਾਂ ਸਾਹਮਣੇ ਹੱਥ ਜੋੜ ਕੇ ਖੜੇ ਰਹੇ। ਸੁਰਿੰਦਰ ਮੋਹਨ ਨੇ ਉਹਨਾਂ ਨੂੰ ਸੈਨਤ ਦੇ ਨਾਲ ਅੰਦਰ ਬੁਲਾਇਆ। ਜੋ ਸੁਰਿੰਦਰ ਮੋਹਨ ਹੈ ਉਹ ਇਸ ਦੇ ਵਿੱਚ ਰੀਟਾ ਦਾ ਭਰਾ ਹੈ, ਪਰ ਜੀਜਾ ਜੀ ਨਹੀਂ ਸੀ ਕਿਹਾ। ਕਹਿੰਦੇ ਉਹਨਾਂ ਨੇ ਵੀ ਸੁਰਿੰਦਰ ਮੋਹਨ ਦੇ ਮੋਢੇ 'ਤੇ ਹੱਥ ਧਰ ਕੇ ਦਿਲਾਸਾ ਨਹੀਂ ਦਿੱਤਾ। ਚੰਗਾ ਕੀਤਾ, ਮੈਂ ਖਿਝ ਕੇ ਸੋਚਿਆ, ਜਿਹਨੂੰ ਕਿਸੇ ਨੇ ਆਪਣਾ ਰਿਸ਼ਤੇਦਾਰ ਹੀ ਨਹੀਂ ਸਮਝਿਆ ਉਹ ਕਿਉਂ ਨਿੰਦਾ ਫਿਰੇ। ਮਨ 'ਚ ਆਵੇ ਹੁਣ ਮਾਂ ਵੀ ਚਲੀ ਜਾਵੇ, ਘੱਟੋ ਘੱਟ ਇਸ ਘਰ ਨਾਲੋਂ ਰਿਸ਼ਤਾ ਟੁੱਟੇ। ਆਖਿਰ ਉਹ ਵੀ ਟੁੱਟ ਗਿਆ। ਕਹਿੰਦੇ ਖਬਰ ਸੁਣ ਕੇ ਮੈਂ ਸਬਰ ਕਰਕੇ ਬੈਠ ਗਈ। ਕੁਝ ਦਿਨਾਂ ਬਾਅਦ ਢਿੱਡ 'ਚ ਹੌਲ ਜਿਹਾ ਉੱਠਣ ਲੱਗ ਪਿਆ, ਪਰ ਮੈਂ ਦਬਾਉਂਦੀ ਰਹੀ। ਕਹਿੰਦੇ ਇਸ ਦਿਨ ਰਹਿ ਨਾ ਹੋਇਆ ਤੇ ਉੱਠ ਕੇ ਤੁਰ ਪਈ। ਵਿਹੜੇ ਦੇ ਵਿੱਚ ਸੁਰਿੰਦਰ ਮੋਹਨ ਆਪਣੇ ਸਾਲੇ ਨਾਲ ਤਾਸ਼ ਖੇਲ ਰਿਹਾ ਸੀ। ਮੈਨੂੰ ਦੇਖ ਉਹਨੇ ਪੱਤੇ ਰੱਖ ਦਿੱਤੇ, ਪਰ ਬੋਲਿਆ ਨਹੀਂ। ਕਹਿੰਦੇ ਭਾਬੀ ਨੇ ਅੰਦਰੋਂ ਨਿਕਲ ਕੇ ਮੈਨੂੰ ਨਮਸਤੇ ਕੀਤੀ। ਫਿਰ ਕਹਿੰਦੇ ਜਦੋਂ ਉਸਦੀ ਮਾਂ ਵੀ ਮਰ ਚੁੱਕੀ ਸੀ ਤਾਂ ਇਹ ਉਸ ਸਮੇਂ ਦੀ ਕਥਾ ਹੈ ਜਿਹੜੀ ਬਿਆਨ ਹੋਈ ਹੈ। ਕਹਿੰਦੇ ਮੈਂ ਝੱਟ ਦੇਣੀ ਮਾਂ ਵਾਲੀ ਕੋਠੜੀ 'ਚ ਵੜ ਗਈ। ਮੰਜੇ 'ਤੇ ਬਹਿ ਕੇ ਜੀ ਭਰ ਕੇ ਰੋਈ। ਭਾਬੀ ਵੀ ਕੋਲ ਖੜੀ ਅੱਖਾਂ ਪੂੰਝਦੀ ਰਹੀ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ ਕਿ ਮੈਂ ਉੱਠ ਕੇ ਭਾਬੀ ਨੂੰ ਜੱਫੀ 'ਚ ਲੈ ਲਿਆ। ਦਿਲ ਕਰੇ ਸੁਰਿੰਦਰ ਵੀ ਐਵੇਂ ਮੈਨੂੰ ਜੱਫੀ ਦੇ ਵਿੱਚ ਆ ਜਾਵੇ, ਪਰ ਉਹ ਮੈਨੂੰ ਹੈਰਾਨੀ ਦੇ ਨਾਲ ਤੇ ਮੈਨੂੰ ਦੇਖੀ ਜਾ ਰਿਹਾ ਸੀ। ਕਹਿੰਦੇ ਖੂਹੀ 'ਤੇ ਹੱਥ ਧੋ ਕੇ ਮੈਂ ਠਾਕੁਰਾਂ ਦੇ ਅੱਗੇ ਖੜੀ ਹੋ ਗਈ। ਕੋਈ ਪ੍ਰਾਰਥਨਾ ਨਹੀਂ ਕੀਤੀ, ਅੰਦਰੋਂ ਕੋਈ ਨਿਕਲੀ ਹੀ ਨਹੀਂ। ਚਾਹ ਪੀ ਕੇ ਮਕਾਨ ਦਾ ਕੋਨਾ ਦੇਖਿਆ। ਇਨ੍ਹਾਂ ਕੰਧਾਂ 'ਤੇ ਅਸੀਂ ਕੁੱਕੜਾਂ ਦੇ ਸਿਰ ਕਾਂਗੜੇ ਖੇਲੇ ਸੀ। ਕੋਠੜੀ 'ਚ ਬੁਖਾਰੀ ਓਹਲੇ ਟਾਂਡ ਤੇ ਲੁਕਣ ਮਿਚੀਆਂ ਖੇਲੇ ਸੀ। ਇਸ ਵਿਹੜੇ ਦੇ ਵਿੱਚ ਪਿਤਾ ਜੀ ਨਹਾ ਧੋ ਕੇ ਪੂਜਾ ਕਰਕੇ ਸੂਰਜ ਨੂੰ ਅਰਗ ਦਿੰਦੇ ਸੀ। ਇਸ ਤੁਲਸੀ ਨੂੰ ਮਾਂ ਪੂਜਦੀ ਸੀ। ਇੱਥੇ ਗਊ ਬੰਨੀ ਹੁੰਦੀ ਸੀ। ਬਸ ਮੁੱਕ ਗਿਆ ਰਿਸ਼ਤਾ ਇਸ ਘਰ ਨਾਲ। ਆਖਰੀ ਤੰਦ ਵੀ ਟੁੱਟ ਗਈ। ਕਹਿੰਦੇ ਸੋਚਦੀ ਹਾਂ ਮੈਂ ਜਾਣ ਨੂੰ ਤਿਆਰ ਹੋਈ। ਦੇਖਦਿਆਂ ਸੁਰਿੰਦਰ ਦੀਆਂ ਅੱਖਾਂ ਵੀ ਭਿੱਜੀਆਂ ਨੇ। ਮੈਂ ਉਹਨੂੰ ਦੇਖਦੀ ਵਿਹੜਾ ਲੰਘ ਗਈ। ਫਿਰ ਅਸੀਂ ਕਹਿੰਦੇ ਲੁਧਿਆਣੇ ਆ ਗਏ। ਕਿੰਨਾ ਕੁਝ ਬਦਲ ਗਿਆ ਮੈਂ ਸੋਚਦੀ ਹਾਂ। ਕਹਿੰਦੇ ਹੁਣ ਉਹ ਰੀਟਾ ਕਿੱਥੇ ਗਈ। ਮੈਂ ਤਾਂ ਹੁਣ ਮਿਸਿਸ ਭੁੱਲਰ ਹਾਂ, ਕਿਉਂਕਿ ਉਸਦੇ ਮਾਤਾ ਪਿਤਾ ਮਰ ਚੁੱਕੇ ਸੀਗੇ। ਉਹ ਜਿਹੜਾ ਰਿਸ਼ਤਾ ਸੀ ਕਹਿੰਦੀ ਹੁਣ ਉਹ ਵੀ ਟੁੱਟ ਚੁੱਕਾ ਸੀ। ਮੈਂ ਤਾਂ ਹੁਣ ਮਿਸਿਸ ਭੁੱਲਰ ਹੀ ਹਾਂ। ਮੇਰੇ ਬਾਅਦ ਇਸ ਘਰ 'ਚ ਮੇਰੀ ਕੀ ਨਿਸ਼ਾਨੀ ਬਚੇਗੀ। ਸਿੰਮੀ ਉਹ ਮਿਸਿਸ ਕੁਝ ਬਣ ਜਾਵੇਗੀ ਤੇ ਬਿਕਰਮਜੀਤ ਸਿੰਘ ਸਪੁੱਤਰ ਸੁਹੇਲ ਸਿੰਘ ਭੁੱਲਰ ਤੇ ਮੁਕੇਸ਼ ਸਿੰਘ ਸਪੁੱਤਰ ਸੁਹੇਲ ਸਿੰਘ ਭੁੱਲਰ। ਜਿਵੇਂ ਮੈਂ ਬਦਨੀ ਕਲਾਂ ਤੋਂ ਨਹੀਂ ਆਈ। ਸੁਹੇਲ ਸਿੰਘ ਕਿਤੋਂ ਮਸ਼ੀਨ ਲਿਆਇਆ ਸੀ ਬੱਚੇ ਪੈਦਾ ਕਰਨ ਵਾਲੀ। ਉਹ ਆਪਣਾ ਕੰਮ ਕਰਕੇ ਖਤਮ ਹੋ ਗਈ ਤੇ ਬੱਚੇ ਪੈਦਾ ਕਰਨ ਵਾਲੀ ਉਹ ਆਪਣਾ ਕੰਮ ਕਰਕੇ ਖਤਮ ਹੋ ਗਈ। ਬਦਨੀ ਕਲਾਂ ਦੀ ਰੀਟਾ ਕੌਸ਼ਲ ਝੂਠ ਸੀ, ਸੱਚ ਹੈ ਰਾਮਪੁਰ ਦਾ ਸੁਹੇਲ ਸਿੰਘ। ਕਹਿਣ ਦਾ ਮਤਲਬ ਉਹ ਜਿਹੜਾ ਹੁਣ ਨਾਮ ਸੀ ਉਸਦਾ ਰੀਟਾ ਕੌਸ਼ਲ ਉਹ ਹੁਣ ਗਾਇਬ ਹੋ ਚੁੱਕਿਆ ਹੈ। ਹੁਣ ਤਾਂ ਬਸ ਸੁਹੇਲ ਸਿੰਘ ਹੀ ਉਸਦਾ ਪਤੀ ਹੈ। ਇਹੀ ਗੱਲ ਸੱਚ ਹੈ ਤੇ ਉਹ ਭੁੱਲਰ ਬਣ ਚੁੱਕੀ ਹੈ, ਮਿਸਿਸ ਭੁੱਲਰ। ਕਹਿੰਦੇ ਚਿਰ ਹੋਇਆ ਬਾਜ਼ਾਰ ਦੇ ਵਿੱਚ ਸੁਰਿੰਦਰ ਮੋਹਨ ਮਿਲ ਗਿਆ। ਭਰੇ ਬਾਜ਼ਾਰ 'ਚ ਮੈਂ ਉਹਦੀ ਬਾਂਹ ਫੜ ਲਈ। ਉਹ ਨਾ ਖੜਨ ਜੋਗਾ ਨਾ ਛੁਡਾਉਣ ਜੋਗਾ। ਇਹ ਔਖੇ ਜਿਹੇ ਸਾਹ ਨਾਲ ਉਹਨੇ ਇੰਨਾ ਕਿਹਾ ਕਿ ਮੈਂ ਤੇਰੇ ਘਰ ਨਹੀਂ ਜਾ ਸਕਦਾ। ਮੈਂ ਗੰਗਾ 'ਤੇ ਖੜ ਕੇ ਸਹੁੰ ਖਾਧੀ ਹੋਈ ਹੈ। ਤੈਂ ਆਉਣਾ ਤੇ ਪਿੰਡ ਆ ਜੀ। ਕਹਿੰਦੇ ਇਸ ਘਰ 'ਚ ਵਿੱਕੀ ਦੇ ਚਾਚੇ ਆਉਂਦੇ ਨੇ ਤੇ ਤਾਏ ਆਉਂਦੇ ਨੇ, ਪਰ ਮਾਮਾ ਕਦੇ ਨਹੀਂ ਆਇਆ। ਸਾਡੇ ਗੁਆਂਢ 'ਚ ਨਿਰਮਲਾ ਦਾ ਵੀ ਭਰਾ ਆਉਂਦਾ ਹੈ। ਮੈਨੂੰ ਬੜਾ ਚੰਗਾ ਲੱਗਦਾ ਹੈ। ਦਿਲ ਕਰਦਾ ਹੈ ਕਿ ਸੁਰਿੰਦਰ ਮੋਹਨ ਵੀ ਆਵੇ। ਸਿਰ ਦੇ ਵਾਲ ਨਵੇਂ ਫੈਸ਼ਨ 'ਚ ਵਾਹੀ ਦਾੜ੍ਹੀ ਮੁੰਨੀ ਹੋਈ, ਚਿਹਰੇ ਦੀ ਜਿਲਦ 'ਤੇ ਹਲਕੀ ਸਲੇਟੀ ਭਾਅ। ਫਿਲਮ ਨਾਇਕ ਜਿਹਾ ਮੈਂ ਵੀ ਸਾਦਾ ਪੇਂਡੂ ਔਰਤ ਨਿਰਮਲਾ ਵਾਂਗੂ ਨੂੰ ਜੱਫੀ ਪਾ ਕੇ ਮਿਲਾਂ। ਕਹਿੰਦੇ ਮੈਂ ਨਿੱਕੀ ਹੁੰਦੀ ਪਿਤਾ ਜੀ ਦੀ ਗੋਦੀ 'ਚ ਬਹਿ ਜਾਂਦੀ, ਮੋਢੇ 'ਤੇ ਚੜ੍ਹ ਜਾਂਦੀ। 1 ਜਾਂ 2 ਦਿਨ ਪਹਿਲਾਂ ਦੀ ਮੁੰਨੀ ਦਾੜ੍ਹੀ 'ਤੇ ਹੱਥ ਲੱਗਦਾ ਤਾਂ ਕਦੇ ਲੱਤ ਲੱਗੇ, ਕਦੇ ਗੱਲ। ਕਹਿੰਦੇ ਇਸ ਘਰ ਦੇ ਵਿਹੜੇ ਦੇ ਵਿੱਚ ਉਹ ਗੰਧ ਹੋਵੇ ਜਿਹੜੀ ਉਸ ਘਰ ਦੀ ਕੋਠੜੀ ਦੀਆਂ ਪੁਰਾਣੀਆਂ ਕੰਧਾਂ, ਥੰਦੇ ਹੱਥ ਲੱਗਣ ਦੇ ਨਾਲ ਮੈਲੀਆਂ ਹੋਈਆਂ ਅਲਮਾਰੀਆਂ,
ਸੰਦੂਕ 'ਚੋਂ ਕੱਢੇ ਕੱਪੜਿਆਂ ਤੇ ਗਊ ਦੇ ਗੋਹੇ ਨਾਲ ਲਿਪੇ ਚੌਂਕੇ ਵਿੱਚ ਆਉਂਦੀ ਸੀ। ਹੁਣ ਤਾਂ ਕਹਿੰਦੇ ਉਹ ਦੁਰਗੰਧ ਵੀ ਯਾਦ ਆਉਂਦੀ ਹੈ ਜਿਹੜੀ ਪਿਤਾ ਜੀ ਦੀ ਕਲੀ ਦੇ ਪਾਣੀ 'ਚੋਂ ਅਤੇ ਸੜਦੇ ਤੰਬਾਕੂ 'ਚੋਂ ਆਉਂਦੀ ਸੀ। ਮੈਂ ਵਿਹਲੀ ਹੁੰਦੀ ਹਾਂ ਤਾਂ ਮੇਰੇ ਸਾਹਮਣੇ ਉਹ ਘਰ ਹੁੰਦਾ ਜਿੱਥੇ ਪਿਤਾ ਜੀ ਨਹਾ ਧੋ ਕੇ ਪੂਜਾ ਕਰਕੇ ਬੈਠਕ 'ਚ ਕਲੀ ਪੀ ਰਹੇ ਹੁੰਦੇ ਤੇ ਮਾਂ ਕੱਤਕ ਨਹਾਉਂਦੀ ਗੋਟੇ ਵਾਲੀ ਲਾਲ ਚੁੰਨੀ ਤੁਲਸੀ 'ਤੇ ਚੜ੍ਹਾ ਕੇ ਉਸਦਾ ਪੂਜਨ ਕਰਦੀ ਤੇ ਆਲੇ ਦੁਆਲੇ ਪਰਿਕਰਮਾ ਕਰਦੀ। ਪਤਲੀ ਘਸੀ ਹੋਈ ਧੋਤੀ ਵਲੇਟੀ ਸਾਡੇ ਵਾਸਤੇ ਰੋਟੀ ਪਕਾ ਰਹੀ ਹੈ। ਪਿਤਾ ਜੀ ਕਿਹਾ ਕਰਦੇ ਸੀ ਕਿ ਮੰਦਰ ਦੇ ਘੜਿਆਲ ਸੰਖ ਵੇਦ ਮੰਤਰਾਂ ਦੇ ਉਚਾਰਨ ਦੀ ਧੁਨੀ ਕਦੇ ਕਦੇ ਕੰਨਾਂ 'ਚ ਪੈ ਜਾਇਆ ਕਰੇ ਤਾਂ ਵੀ ਆਦਮੀ ਕਈ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਇਹ ਸਭ ਨੂੰ ਕਹਿੰਦੇ ਮੈਂ ਨੌਨਸੈਂਸ ਕਹਿ ਕੇ ਦਿਲ ਦੇ ਵਿੱਚ ਨੌਨਸੈਂਸ ਕਹਿ ਕੇ ਬਾਹਰ ਨਿਕਲ ਜਾਂਦੀ। ਪਰ ਹੁਣ ਇਸ ਘਰ ਦੇ ਵਿੱਚ ਇਸ ਅਵਸਥਾ ਦੇ ਵਿੱਚ ਬੈਠੀ ਜਦੋਂ ਕਦੇ ਮੰਦਰ 'ਚੋਂ ਇਹ ਧੁਨੀਆਂ ਕਹਿੰਦੇ ਮੈਨੂੰ ਸੁਣਾਈ ਦਿੰਦੀਆਂ ਨੇ ਤਾਂ ਉਹ ਲੱਗਦਾ ਕਿ ਉਹ ਸੁੱਖ ਦੇਣ ਵਾਲਾ ਸੰਗੀਤ ਹੈ। ਪਾਪਾ ਤੋਂ ਮੁਕਤ ਹੋਣ ਵਾਲੀ ਗੱਲ ਦਾ ਤਾਂ ਪਤਾ ਨਹੀਂ ਪਰ ਇਹਦਾ ਪ੍ਰਭਾਵ ਕਿਸੇ ਵੱਡੇ ਕਲਾਕਾਰ ਦੇ ਆਰਕੈਸਟਰਾ ਦੀ ਕੰਪੋਜੀਸ਼ਨ ਨਾਲੋਂ ਵੱਧ ਰੂਚ ਰਚਣ ਵਾਲਾ ਹੈ ਜਿਹਨੂੰ ਹੁਣ ਸੁਣ ਕੇ ਮੇਰਾ ਮਨ ਇੱਕ ਬਿੰਦੂ 'ਤੇ ਹੀ ਕੇਂਦਰਿਤ ਹੋ ਜਾਂਦਾ ਹੈ ਅਤੇ ਉਹ ਮੈਨੂੰ ਦੁੱਖਾਂ ਤੋਂ ਮੁਕਤ ਹੋ ਜਾਂਦੀ ਹਾਂ ਜਿਹੜੀ ਮੇਰੀ ਸੋਚ ਦੀ ਭਟਕਣ ਤੋਂ ਜਨਮ ਲੈਂਦੇ ਹਨ। ਇਹ ਵੀ ਆਮ ਤੌਰ 'ਤੇ ਕੋਈ ਮਾਨਸਿਕ ਉਲਝਣ ਹੈ ਸ਼ਾਇਦ। ਕਹਿਣ ਦਾ ਮਤਲਬ ਜਿਸ ਥਾਂ 'ਤੇ ਜਿਸ ਮਾਹੌਲ ਦੇ ਵਿੱਚ ਆਪਾਂ ਰਹਿੰਦੇ ਹਾਂ ਉਸਨੂੰ ਇੱਕਦਮ ਛੱਡ ਦਿੰਦੇ ਹਾਂ। ਬਾਅਦ ਦੇ ਵਿੱਚ ਫਿਰ ਉਹੀ ਮਾਹੌਲ ਆਪਾਂ ਨੂੰ ਯਾਦ ਆਉਂਦਾ ਆਪਾਂ ਨੂੰ ਕਿਤੇ ਨਾ ਕਿਤੇ ਉਸ ਮਾਹੌਲ ਵਰਗੀ ਕੋਈ ਚੀਜ਼ ਮਿਲਦੀ ਹੈ ਤਾਂ ਆਪਾਂ ਨੂੰ ਕੀ ਹੈ ਬਹੁਤ ਰਿਲੈਕਸੇਸ਼ਨ ਮਿਲਦੀ ਹੈ, ਬਹੁਤ ਆਪਾਂ ਨੂੰ ਆਰਾਮ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਠੀਕ ਹੈ ਜੀ। ਤਾਂ ਕਹਿੰਦੇ ਇਸ ਤਰ੍ਹਾਂ ਦੀ ਹੀ ਮਾਨਸਿਕ ਉਲਝਣ ਹੈ ਸ਼ਾਇਦ। ਕਹਿੰਦੇ ਹੁਣ ਭੁੱਲਰ ਸਾਹਿਬ ਆ ਗਏ ਨੇ ਸ਼ਾਇਦ ਗੇਟ ਖੜਕਿਆ ਹੈ। ਨਹੀਂ, ਗੇਟ 'ਤੇ ਤਾਂ ਕੁੱਤੇ ਨੇ ਖੜਕਾਇਆ ਸੀ। ਉਹ ਤਾਂ ਗੇਟ ਖੜਕਣ ਦੇ ਨਾਲ ਆਵਾਜ਼ ਦਿੰਦੇ ਨੇ ਮੈਨੂੰ ਭੱਜ ਕੇ ਜਾਣਾ ਪੈਂਦਾ ਹੈ। ਉਹਨਾਂ ਦੇ ਪੈਰ ਇੰਨੇ ਸ਼ਰਾਬੀ ਹੁੰਦੇ ਹਨ ਕਿ ਧਰਤੀ 'ਤੇ ਟਿਕਦੇ ਹੀ ਨਹੀਂ। ਸਹਾਰੇ ਦੇ ਕੇ ਕਮਰੇ 'ਚ ਲਿਆਉਣੇ ਪੈਂਦੇ ਨੇ ਤੇ ਬਿਸਤਰੇ 'ਤੇ ਗਿਰ ਕੇ ਸੌਣ ਦੀ ਕਰਦੇ ਨੇ। ਜੇ ਸੂਰਤ ਹੁੰਦੀ ਤਾਂ ਇੱਕੋ ਜਿੱਦ ਫੜ ਬਹਿੰਦੇ ਨੇ ਜਿਹੜੀ ਦੁਖੀ ਹੋ ਕੇ ਵੀ ਮੈਨੂੰ ਪੂਰੀ ਕਰਨੀ ਪੈਂਦੀ ਹੈ ਤੇ ਉਹਨਾਂ ਦੀ ਬਲਾ ਜਾਣੇ ਮੈਨੂੰ ਕੀ ਕਸ਼ਟ ਹੈ, ਮੇਰੀ ਮਾਨਸਿਕ ਅਵਸਥਾ ਕੀ ਹੈ। ਸਵੇਰੇ ਉੱਠ ਕੇ ਚਾਹ ਪੀਂਦੇ ਮੇਰੀ ਰਾਤ ਦੀ ਤਕਲੀਫ ਪੁੱਛਦੇ ਨੇ ਤੇ ਨਾਲ ਖਿਝ ਜਾਂਦੇ ਨੇ ਕਿ ਮੈਂ ਡਾਕਟਰ ਨੂੰ ਕਿਉਂ ਨਹੀਂ ਮਿਲਦੀ, ਸਿਹਤ ਨਹੀਂ ਤਾਂ ਪੈਸੇ ਫੁੱਕਣੇ ਨੇ। ਉਹ ਠੀਕ ਹੀ ਕਹਿੰਦੇ ਨੇ, ਪੈਸੇ ਤਾਂ ਮੇਰੇ ਕੋਲ ਹੀ ਹੁੰਦੇ ਨੇ, ਮੈਂ ਕੰਜੂਸੀ ਨਹੀਂ ਕਰਦੀ ਪਰ ਹਰ ਰੋਗ ਦਾ ਕਹਿੰਦੇ ਇਲਾਜ ਪੈਸਿਆਂ ਨਾਲ ਤਾਂ ਨਹੀਂ ਹੁੰਦਾ। ਇੱਕ ਵਾਰ ਬਹੁਤ ਗੰਭੀਰਤਾ ਦੇ ਨਾਲ ਮੇਰੀ ਉਹ ਤਕਲੀਫ ਪੁੱਛਣ ਲੱਗੇ। ਮੈਂ ਬਦਨੀ ਕਲਾਂ ਦੇ ਘਰ ਦੇ ਵਾਸੀਆਂ ਚੀਜ਼ਾਂ ਤੇ ਵਸਤਾਂ ਦੀਆਂ ਗੱਲਾਂ ਦੱਸ ਰਹੀ। ਇਹ ਸਭ ਕੁਝ ਸੁਣ ਕੇ ਕਹਿੰਦੇ ਉਹ ਹੱਸਣ ਲੱਗ ਪਏ ਤੇ ਕਹਿਣ ਲੱਗੇ ਕਿ ਮੇਰੇ ਨਾਲ ਬਹਿ ਕੇ ਸ਼ਰਾਬ ਪੀਆ ਕਰ, ਸਭ ਦੁੱਖ ਦੂਰ ਹੋ ਜਾਣਗੇ। ਮੈਂ ਚੁੱਪ ਕਰ ਗਈ, ਬਿਲਕੁਲ ਚੁੱਪ, ਉੱਕਾ ਹੀ। ਕਹਿੰਦੇ ਚੰਗਾ ਖਾਣਾ, ਚੰਗਾ ਪੀਣਾ, ਵਧੀਆ ਪਹਿਨਣ ਅਤੇ ਦੋਸਤਾਂ ਦੀਆਂ ਮਹਿਫਿਲਾਂ 'ਚ ਗੱਪਾਂ ਇਹਨਾਂ ਦੀ ਜ਼ਿੰਦਗੀ ਦਾ ਮਨੋਰਥ ਹੈ। ਮਤਲਬ ਭੁੱਲਰ ਦੀ ਜ਼ਿੰਦਗੀ ਦਾ ਮਨੋਰਥ ਹੈ, ਇਸ ਤੋਂ ਵੱਧ ਕੁਝ ਨਹੀਂ। ਕਹਿੰਦੇ ਕਈ ਵਾਰ ਮੈਂ ਇਹਨਾਂ ਨੂੰ ਸਖਤ ਨਫ਼ਰਤ ਮੈਨੂੰ ਹੋਣ ਲੱਗ ਪੈਂਦੀ ਪਰ ਕਦੇ ਕਦੇ ਇਹ ਗੱਲ ਵੀ ਚੰਗੀ ਲੱਗਦੀ ਕਿ ਇਹ ਭੂਤ ਭਵਿੱਖ ਦੀ ਹਰ ਚਿੰਤਾ ਤੋਂ ਮੁਕਤ ਨੇ। ਸਰਗ ਨਰਕ ਦੇ ਸੁੱਖਾਂ ਦੁੱਖਾਂ ਵਾਸਤੇ ਲੇਖੇ ਦੇਣ ਦੀ ਜਿਹੜੀ ਚਿੰਤਾ 'ਚ ਪਿਤਾ ਜੀ ਫਸੇ ਰਹਿੰਦੇ ਸਨ ਉਹ ਇਹਨਾਂ ਲਈ ਨਹੀਂ। ਕਹਿਣ ਦਾ ਮਤਲਬ ਉਹ ਪਿਤਾ ਜੀ ਦੇ ਵਾਂਗ ਨਹੀਂ ਸੀ ਉਸਦੇ, ਉਹ ਤਾਂ ਮੇਰੇ ਲਈ ਸਿਫਰ ਹੈ। ਪਰ ਆਪਣੀ ਚਿੰਤਾ ਦਾ ਮੈਂ ਕੀ ਕਰਾਂ। ਮੈਂ ਜੋ ਰੀਤਾ ਕੌਸ਼ਲ ਸੀ, ਫਿਰ ਰੀਟਾ ਬਣੀ, ਫਿਰ ਮਿਸਿਜ਼ ਭੁੱਲਰ ਤੇ ਫਿਰ ਸਵਾਹ ਮਿੱਟੀ। ਇਸ ਘਰ 'ਚ ਮੇਰੀ ਕੀ ਨਿਸ਼ਾਨੀ ਬਚੇਗੀ। ਮਿਸਿਜ਼ ਸੀਮਾ ਕੁਝ ਤੇ ਗੁੱਟੀਆਂ ਵਾਲੇ 2 ਬੱਚੇ ਜਿਨ੍ਹਾਂ ਦੇ ਪਿਓ ਦੇ ਨਾਂ ਦੇ ਬਾਅਦ ਸਕਨਾ ਰਾਮਪੁਰ ਜ਼ਿਲ੍ਹਾ ਲੁਧਿਆਣਾ ਲਿਖਿਆ ਹੋਵੇਗਾ। ਕਹਿੰਦੇ ਬਾਪੂ ਜੀ ਨੇ ਇੱਕ ਵਾਰ ਕਿਹਾ ਸੀ ਕਿ ਜੱਟ ਦੇ ਘਰ ਸੁਨਿਆਰੀ ਆਵੇ ਜਾਂ ਚਮਿਆਰੀ ਉਹ ਜੱਟ ਹੀ ਜਣੂਗੀ। ਮੇਰੇ ਪਿਤਾ ਜੀ ਨੇ ਮਾਂ ਨੂੰ ਕਿਹਾ ਸੀ ਕਿ ਉਹ ਖੱਤਰੀ ਬਾਣੀਏ ਦੇ ਨਾਲ ਵਿਆਹ ਕਰਾ ਲੈਂਦੀ, ਮੈਨੂੰ ਇੰਨਾ ਦੁੱਖ ਨਾ ਹੁੰਦਾ। ਉਹ ਨੀਮਨ ਵੈਸ਼ ਦੇ ਘਰ ਜਾ ਕੇ ਮੇਰੀਆਂ 7 ਕੁਲਾਂ ਨੂੰ ਕਲੰਕਿਤ ਉਸਨੇ ਕਰ ਦਿੱਤੀਆਂ ਨੇ। ਕਹਿੰਦੇ ਇਹ ਗੱਲ ਵੀ ਮੈਨੂੰ ਨੌਨਸੈਂਸ ਹੀ ਲੱਗਦੀ ਹੈ ਪਰ ਆਪਣੇ ਉਸ ਗੇਟ ਖੜਕਣ ਦੇ ਨਾਲ ਆਵਾਜ਼ ਆਈ, ਉਹ ਆ ਗਏ ਨੇ। ਸਕੂਟਰ ਦੀ ਆਵਾਜ਼ ਤਾਂ ਨਹੀਂ ਆਈ, ਕੋਈ ਦੋਸਤ ਹੋਵੇਗਾ ਨਾਲ। ਚੰਗਾ ਬਾਕੀ ਫੇਰ। ਰੀਤਾ ਭੁੱਲਰ, ਜਨਵਰੀ 1976। ਸੋ ਇਸ ਤਰ੍ਹਾਂ ਉਹ ਆਪਣੀ ਕਹਾਣੀ ਦੀ ਸਾਰੀ ਵਿਆਖਿਆ ਕਰਦੀ ਹੈ ਜੋ ਉਹ ਜ਼ਿੰਦਗੀ ਹੰਢਾਰੀ ਹੁੰਦੀ ਹੈ। ਕਹਿਣ ਦਾ ਮਤਲਬ ਇਹ ਪਰੰਪਰਾਗਤ ਅਤੇ ਨਵੀਨਤਾ ਦਾ ਹੀ ਸਮਾਨਾਂਤਰ ਰੂਪ ਪੇਸ਼ ਕੀਤਾ ਗਿਆ ਕਿ ਜੋ ਆਪਣੇ ਘਰ ਦੇ ਵਿੱਚ ਹੋ ਰਿਹਾ ਹੁੰਦਾ ਹੈ ਅਤੇ ਜੋ ਆਪਾਂ ਚਾਹੁੰਦੇ ਹਾਂ ਭਾਵੇਂ ਉਹ ਮਿਲ ਹੀ ਜਾਂਦਾ ਪਰ ਕਈ ਵਾਰ ਆਪਾਂ ਉਸ 'ਚ ਫਿਰ ਵੀ ਖੁਸ਼ ਨਹੀਂ ਰਹਿੰਦੇ।
ਸੋ ਇਸ ਪ੍ਰਕਾਰ ਇਹ ਕਹਾਣੀ ਹੈ ਜਿਹੜੀ, ਇਹ ਪ੍ਰੇਮ ਪ੍ਰਕਾਸ਼ ਦੀ ਕਹਾਣੀ ਸੀ, ਜਿਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਦੇ ਟਾਈਮ ਦੇ ਮੁਤਾਬਿਕ ਲਿਖਿਆ ਗਿਆ ਹੈ। ਸੋ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਸਾਰਿਆਂ ਨੇ ਕੁਐਸਚਨ ਆਨਸਰ ਨੇ ਜੋ ਯਾਦ ਕਰਨੇ ਨੇ। ਗਾਈਡ ਦੇ ਵਿੱਚੋਂ ਇਸ ਦਾ ਵਿਸ਼ਾ ਵਸਤੂ ਲਗਭਗ ਸੇਮ ਹੀ ਹੈ, ਪੜ੍ਹਨਾ ਹੈ ਅਤੇ ਆਪਣੀ ਵਧੀਆ ਤਿਆਰੀ ਕਰਨੀ ਹੈ। ਬਹੁਤ ਬਹੁਤ ਧੰਨਵਾਦ।